'ਚ ਉਹਨਾਂ ਦਾ ਕੀਰਤਨ ਸੁਣਿਆ। ਉਹ ਜਦੋਂ ਕੀਰਤਨ ਕਰਦੇ ਸੀ ਫਿਰ ਉਹਨਾਂ ਨੇ ਬੈਠਾ ਸੋਢੀ ਪਾਤਸ਼ਾਹ ਇਹੋ ਜਿਹੇ ਸ਼ਬਦ ਜਿਹੜੇ ਪੁਰਾਤਨ ਰਾਗੀ ਪੜ੍ਹਦੇ ਸੀ, ਅੱਜ ਭਾਈ ਸਰਾਂ ਨੇ ਉਹ ਪੂਰਾ ਜਿਹੜਾ ਸੀਨ, ਅੱਜ ਤੋਂ ਮੈਂ 22 ਸਾਲ ਪਿੱਛੇ ਗਿਆ, ਉਤਰਾ ਬੜੀ ਕਿਰਪਾ ਇਹਨਾਂ ਤੇ। ਜਿੱਥੇ ਤਿਆਰ ਪਰ ਤਿਆਰ ਨੇ ਉੱਥੇ ਐਨ ਗੁਰੂ ਦੀ ਕਿਰਪਾ ਔਰ ਸੰਗੀਤ ਦੀ ਮਿਹਨਤ ਵੀ ਕੀਤੀ ਹੈ। ਮੈਂ ਕਹਿੰਦਾ ਸਾਡੇ ਬੜੇ ਚੰਗੇ ਭਾਗ ਨੇ ਜਿਹੜੇ ਕਿ ਐਡੇ ਵਧੀਆ ਕੀਰਤਨੀ ਹੈ ਔਰ ਤਿਆਰ ਪਰ ਤਿਆਰ ਤੇ ਕਥਾਵਾਚਕ ਜਿਹੜੇ ਕਿ ਸਤਿਗੁਰੂ ਦੀ ਬਹੁਤ ਜ਼ਿਆਦਾ ਉਹਨਾਂ 'ਤੇ ਬਖਸ਼ਿਸ਼ ਹੈ। ਜਿੱਥੇ ਤਿਆਰ ਪਰ ਤਿਆਰ ਨੇ ਉੱਥੇ ਮਹਾਰਾਜ ਨੇ ਵਿਦਿਆ ਦੀ ਬੜੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਜੀ ਨੂੰ ਪਤਾ ਹੈਗਾ ਵੀ ਇੱਥੇ ਪਹਿਲੀ ਵਾਰੀ ਹੈ ਜਿਹੜੀ ਆਪਾਂ ਪੰਜ ਪ੍ਰਕਾਰ ਦੀ ਕਥਾ ਕਈ ਸਾਲਾਂ ਬਾਅਦ ਆਪਾਂ ਇਹ ਸ਼ੁਰੂ ਇਹਨਾਂ ਨੇ ਕੀਤੀ ਹੈ। ਉਹ ਭਾਈ ਸਾਹਿਬ ਬੜੇ ਧੰਨਤਾ ਦੇ ਯੋਗ ਨੇ। ਆਓ ਭਾਈ ਸੁਰਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਉਹਨਾਂ ਪਾਸੋਂ 1 ਘੰਟੇ ਵਾਸਤੇ ਆਪਾਂ ਪੰਜ ਪ੍ਰਕਾਸ਼ ਦੀ ਸਰਲੀ ਕਥਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਮਾਰੀ, ਹਮ ਨਾ ਸਕਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਖਟ ਦਰਸ਼ਨ ਕੋ ਮਸਕਰੀ ਕਰੈ, ਗੁਰ ਪੀਰ ਤੇ ਨਾਹੇ ਸੋ ਡਰੈ। ਖਟ ਦਰਸ਼ਨ ਕੋ ਮਸਕਰੀ ਕਰੈ, ਗੁਰ ਪੀਰ ਤੇ ਨਾਹੇ ਸੋ ਡਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ,
ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਹਾਜ਼ਰੀ ਭਰਨ ਵਾਸਤੇ ਸਤਿਗੁਰੂ ਨੇ ਸਮਾਂ ਬਖਸ਼ਿਆ ਹੈ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਬੇਨਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਖਟ ਦਰਸ਼ਨ ਕੋ ਮਸਕਰੀ ਕਰੈ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਚੌਜੀ ਪਿਆਰੇ ਸਤਿਗੁਰੂ ਸੋਢੀ ਸੁਲਤਾਨ ਕਲਗੀਧਰ ਪਿਤਾ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜਸਥਾਨ ਦੀ ਧਰਤੀ ਤੇ ਜੈਪੁਰ ਦੇ ਕੋਲ ਨਰੈਣਾ ਪਿੰਡ ਪਹੁੰਚੇ ਤੇ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਨਾਲ ਮੁਲਾਕਾਤ ਹੋਈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਡੇਰੇ ਤੇ ਖਾਲਸਾ ਜੀ ਪ੍ਰਸ਼ਾਦੇ ਵਾਸਤੇ ਬੁਲਾਇਆ ਤੇ ਬਾਅਦ ਵਿੱਚ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਪਾਤਸ਼ਾਹ ਜੇ ਤੁਸੀਂ ਦੱਖਣ ਦੀ ਦਿਸ਼ਾ ਵੱਲ ਜਾ ਰਹੇ ਹੋ ਤੇ ਦੱਖਣ ਦੇ ਵਿੱਚ ਇੱਕ ਸਾਧ ਰਹਿੰਦਾ ਹੈ, ਗੋਰਖਮਤੀਆਂ ਦਾ ਚੇਲਾ ਹੈ ਖਾਲਸਾ ਜੀ, ਉਹ ਮਾਧੋਦਾਸ ਵੈਰਾਗੀ ਦੀ ਗੱਲ ਕਰ ਰਿਹਾ। ਸਤਿਗੁਰੂ ਨੂੰ ਕਹਿੰਦਾ, ਪਾਤਸ਼ਾਹ ਇੱਕ ਸਾਧ ਰਹਿੰਦਾ ਹੈ, ਗੋਰਖਮਤੀਆਂ ਦਾ ਚੇਲਾ ਹੈ, ਉਹਨੇ ਆਪਣੇ ਡੇਰੇ ਦੇ ਵਿੱਚ ਇੱਕ ਪਲੰਘਾ ਬਣਵਾਇਆ, ਉਸ ਪਲੰਘੇ ਦੇ ਉੱਤੇ ਸਾਧੂ ਸੰਤਾਂ ਨੂੰ ਬਿਠਾਉਂਦਾ ਹੈ ਤੇ ਬਾਅਦ ਵਿੱਚ ਆਪਣੀਆਂ ਸ਼ਕਤੀਆਂ ਦੇ ਨਾਲ ਮੰਜਾ ਪਲਟਾ ਦਿੰਦਾ ਹੈ ਤੇ ਜਦੋਂ ਕੋਈ ਸਾਧੂ ਮੰਜੇ ਤੋਂ ਥੱਲੇ ਜ਼ਮੀਨ ਤੇ ਗਿਰ ਜਾਂਦਾ ਹੈ ਤੇ ਫਿਰ ਸਤਿਗੁਰੂ ਜੀ ਜ਼ੋਰ-ਜ਼ੋਰ ਦੀ ਹੱਸਦਾ ਹੈ। ਮਹਾਰਾਜ ਜੀ ਇਸ ਤਰ੍ਹਾਂ ਸੰਤਾਂ ਦੀ ਬੇਕਦਰੀ ਕਰਦਾ ਹੈ ਤੇ ਖਾਲਸਾ ਜੀ ਹੁਣ ਫਿਰ ਸੱਚੇ ਪਾਤਸ਼ਾਹ ਜੀ ਨੂੰ ਅੱਜ ਦੇ ਦਿਨ ਕਿਵੇਂ ਮਾਧੋਦਾਸ ਵੈਰਾਗੀ ਬਾਰੇ ਤੇ ਉਹਦੀਆਂ ਰਿੱਧੀਆਂ ਸਿੱਧੀਆਂ ਬਾਰੇ ਇਹ ਮਹੰਤ ਜੈਤ ਰਾਮ ਦੱਸਦਾ ਸਰਵਣ ਕਰਦੇ ਆ। ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਸਾਧੂਆਂ ਸੰਤਾਂ ਦੇ ਦਰਸ਼ਨ ਨਹੀਂ ਕਰਦਾ ਬਲਕਿ ਉਹਨਾਂ ਦੀ ਬੇਕਦਰੀ ਕਰਕੇ ਮਸ਼ਕਰੀਆਂ ਕਰਦਾ ਹੈ ਤੇ ਹੱਸਦਾ ਹੈ ਉਹਨਾਂ ਦੇ ਉੱਤੇ। ਗੁਰ ਪੀਰ ਤੇ ਨਾਹੇ ਸੋ ਡਰੈ। ਤੇ ਜਿਹੜਾ ਨਰੈਣ ਦਾਸ ਮਾਧੋ ਦਾਸ ਵੈਰਾਗੀ ਹੈ ਪਾਤਸ਼ਾਹ ਜੀ, ਉਹ ਗੁਰੂਆਂ ਪੀਰਾਂ ਤੋਂ ਡਰਦਾ ਨਹੀਂ। ਉਹਦੇ ਮਨ ਦੇ ਵਿੱਚ ਸਾਧੂਆਂ ਸੰਤਾਂ ਮਹਾਤਮਾ ਮਹਾਪੁਰਸ਼ਾਂ ਵਾਸਤੇ ਕੋਈ ਸਤਕਾਰ ਨਹੀਂ, ਕੋਈ ਭੈ ਨਹੀਂ ਹੈ। ਆਪ ਕਹਾਵੇ ਵੋ ਗੁਰ ਪੀਰ। ਪਾਤਸ਼ਾਹ ਜਿਹੜਾ ਨਰੈਣ ਦਾਸ ਉਹ ਸਾਧ ਹੈ ਨਾ, ਉਹ ਆਪਣੇ ਆਪ ਨੂੰ ਹੀ ਗੁਰੂ ਪੀਰ ਕਹਾਉਂਦਾ ਹੈ ਤੇ ਦੂਸਰਿਆਂ ਦਾ ਸਤਕਾਰ ਨਹੀਂ ਕਰਦਾ। ਸੰਤ ਨਿੰਦਕ ਵੋ ਬੇਗੁਰ ਪੀਰ। ਭਾਵੇਂ ਕਿ ਲਿਬਾਸ ਤੇ ਸਾਧੂਆਂ ਵਾਲਾ ਹੈ ਪਰ ਅਸਲ ਦੇ ਵਿੱਚ ਬੇਗੁਰਾ ਹੈ। ਹਜੇ ਤੱਕ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਤੇ ਸੰਤਾਂ ਸਾਧੂਆਂ ਦੀ ਨਿੰਦਿਆ ਕਰਦਾ ਹੈ। ਮਹੰਤ ਕਹੀ ਉਤ ਵੱਲ ਨਾ ਜਾਇਓ। ਮਹੰਤ ਜੈਤ ਰਾਮ ਕਹਿੰਦਾ, ਪਾਤਸ਼ਾਹ ਕਿਰਪਾ ਕਰਿਓ ਉਸ ਸਾਧ ਦੇ ਡੇਰੇ ਨਾ ਜਾਇਓ, ਕਿਉਂਕਿ ਬੜਾ ਹੀ ਮਸਕਰੀਆਂ ਵਾਲਾ ਤੇ ਕਿਸੇ ਤੋਂ ਡਰਦਾ ਨਹੀਂ। ਉਸ ਤੇ ਟਲ ਕੇ ਦੂਰ ਸਿਧਾਇਓ। ਮਹਾਰਾਜ ਟਲ ਜਾਓ, ਉਹਦੇ ਡੇਰੇ ਨਾ ਜਾਇਓ ਬਲਕਿ ਕਿਤੇ ਦੂਰੋਂ ਦੀ ਲੰਘ ਜਾਇਓ। ਸਤਿਗੁਰੂ ਕਹੀ ਜੋ ਸਤਿਗੁਰ ਕਰਹਿ। ਹੁਣ ਮਹੰਤ ਜੈਤ ਰਾਮ ਤੇ ਡਰਾਉਂਦਾ ਹੈ ਵੀ ਉਹ ਸਾਧੂ ਡਰਦਾ ਨਹੀਂ ਕਿਸੇ ਤੋਂ, ਤੇ ਇੱਧਰ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਮਹੰਤ ਜੀ ਤੁਸੀਂ ਘਬਰਾਓ ਨਾ, ਜਿਵੇਂ ਗੁਰੂ ਨਾਨਕ ਨੂੰ ਭਾਵੇਗਾ ਉਸੇ ਤਰ੍ਹਾਂ ਅਸੀਂ ਕਰ ਲਵਾਂਗੇ। ਜਿਉਂ ਵੀ ਗੁਰੂ ਨਾਨਕ ਨੂੰ ਚੰਗਾ ਲੱਗਾ ਉਸੇ ਤਰ੍ਹਾਂ ਭਾਣਾ ਵਾਪਰ ਜਾਵੇਗਾ। ਬਨੇ ਨਹੀਂ ਅਬ ਹਮਕੋ ਟਰੈ। ਕਿਉਂਕਿ ਸਾਡਾ ਟਲਣਾ ਹੁਣ ਬਣਦਾ ਨਹੀਂ, ਕਿਉਂਕਿ ਜਿੱਥੇ ਪਤਾ ਲੱਗਦਾ ਕੋਈ ਹੰਕਾਰੀ ਬੈਠਾ ਹੋਇਆ ਹੈ ਤੇ ਮਹੰਤ ਜੈਤ ਰਾਮ ਗੁਰੂ ਨਾਨਕ ਦੇ ਘਰ ਦੀ ਇਹ ਮਰਿਆਦਾ ਹੈ। ਜਿਹੜਾ ਹੰਕਾਰ ਦੇ ਵਿੱਚ ਹੁੰਦਾ ਹੈ ਉਹਦੇ ਕੋਲ ਗੁਰੂ ਨਾਨਕ ਤੇ ਗੁਰੂ ਨਾਨਕ ਦੀ ਜੋਤ ਪਹੁੰਚ ਕੇ ਜਾਂਦੀ ਹੈ। ਸੋ ਇਸ ਕਰਕੇ ਅਸੀਂ ਸਾਧ ਤੋਂ ਹੁਣ ਟਲਾਂਗੇ ਨਹੀਂ, ਉਸ ਸਾਧ ਦੀ ਕੁਟੀਆ ਵਿੱਚ ਜ਼ਰੂਰ ਜਾਵਾਂਗੇ। ਸੋਈ ਹਮਕੋ ਰਾਹ ਬਤਾਵੋ। ਇਸ ਕਰਕੇ ਤੂੰ ਮੈਨੂੰ ਡਰਾ ਨਾ, ਉਸ ਮਾਧੋ ਦਾਸ ਵੈਰਾਗੀ ਦੀ ਕੁਟੀਆ ਦਾ, ਉਹਦੇ ਡੇਰੇ ਦਾ ਰਸਤਾ ਦੱਸ। ਨਾਮ ਬਾਮਿਓ ਗ੍ਰਾਮ ਸੁਨਾਵੋ। ਤੇ ਜਿਹੜੇ ਪਿੰਡ ਦੇ ਵਿੱਚ ਉਹ ਵਸਦਾ ਹੈ, ਕਿਹੜਾ ਇਲਾਕਾ ਹੈ, ਮੈਨੂੰ ਸਾਰਾ ਪਤਾ ਉਹਦੇ ਡੇਰੇ ਦਾ ਦੱਸ ਦੇ। ਜਾਂ ਦੇਖੇ ਹਮ ਉਸ ਕੀ ਸਿੱਧੀ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਮੈਂ ਵੀ ਵੇਖਾਂ ਕਿਹੜੀਆਂ ਸਿੱਧੀਆਂ ਲਈ ਫਿਰਦਾ ਹੈ, ਕਿੰਨਾ ਰਿੱਧੀਆਂ ਸਿੱਧੀਆਂ ਦੇ ਨਾਲ, ਕਿਹੜੀਆਂ ਤਾਕਤਾਂ ਦੇ ਨਾਲ ਉਹ ਸਾਧੂਆਂ ਸੰਤਾਂ ਦੀ ਬੇਕਦਰੀ ਕਰਦਾ, ਮੈਂ ਜਾ ਕੇ ਵੇਖਾਂਗਾ। ਕੌਣ ਗੁਰੂ
ਜਿਸ ਤੇ ਭਈ ਬ੍ਰਿਧੀ। ਜਾ ਕੇ ਦੇਖਾਂ ਤੇ ਸਹੀ, ਐਸਾ ਕਿਹੜਾ ਗੁਰੂ ਜੰਮਿਆ ਜਿਨੇ ਇਸ ਨੂੰ ਰਿੱਧੀਆਂ ਸਿੱਧੀਆਂ ਦੇ ਦਿੱਤੀਆਂ। ਅੜੇ ਤੋ ਹਮ ਉਸ ਸਿੱਧੀ ਗਵਾਵੈ। ਕਲਗੀਧਰ ਪਾਤਸ਼ਾਹ ਕਹਿੰਦੇ ਜੇ ਅੜੇਗਾ ਤੇ ਉਹਦੀਆਂ ਸਾਰੀਆਂ ਸਿੱਧੀਆਂ ਖੋ ਲਵਾਂਗੇ, ਉਹਦੀਆਂ ਤਾਕਤਾਂ ਖੋ ਲਵਾਂਗੇ। ਮਿਲੇ ਤਾਂ ਉਸ ਕੋ ਰਾਹ ਪਾਏ ਜਾਵੈ। ਤੇ ਜੇ ਨਿਮਾਣਾ ਹੋ ਗਿਆ, ਨਿਮਰਤਾ ਵਿੱਚ ਝੁਕ ਗਿਆ, ਤੇ ਉਹਨੂੰ ਸਿੱਧੇ ਰਾਹ ਪਾ ਦੇਵਾਂਗੇ, ਰੱਬ ਨੂੰ ਮਿਲਣ ਦਾ ਰਸਤਾ ਦੱਸ ਦਿਆਂਗੇ। ਸਤ ਨਾਨਕ ਉਸ ਕਹੇ ਦਾਸ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਤ ਨਾਨਕ ਉਸ ਕਰ ਹੈ ਦਾਸ। ਕਹਿੰਦੇ ਉਸ ਨੂੰ ਗੁਰੂ ਨਾਨਕ ਦੇ ਘਰ ਦਾ ਦਾਸ ਬਣਾ ਦਿਆਂਗੇ। ਵੇਖੋ ਇਹ ਧੰਨ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਹੈ ਕਿ ਮਹਾਰਾਜ ਇੱਥੇ ਆਪਣੇ ਵੱਡੇ ਵਡੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿਫਤ ਕਰ ਰਹੇ। ਖਾਲਸਾ ਜੀ, ਇੱਥੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਪਾਤਸ਼ਾਹ ਖੁਦ ਖੁਦਾ ਨੇ ਫਿਰ ਵੀ ਇੱਕ ਵੀ ਬਚਨ ਹੰਕਾਰ ਵਿੱਚ ਨਹੀਂ ਕਰਦੇ, ਪਰ ਸੱਚੇ ਪਾਤਸ਼ਾਹ ਸਾਰੀ ਵਡਿਆਈ ਗੁਰੂ ਨਾਨਕ ਦੇ ਨਾਮ ਨੂੰ ਦਿੰਦੇ, ਭਾਵੇਂ ਕਿ ਜੋਤ ਇੱਕੋ ਹੈ। ਸੋ ਸਾਨੂੰ ਵੀ ਇਹ ਚਾਹੀਦਾ ਕਿ ਗੁਰੂ ਘਰ ਦੇ ਵਿੱਚ ਆ ਕੇ ਜੇ ਬੋਲਣਾ ਆ ਜਾਵੇ ਜਾਂ ਗੁਰੂ ਘਰ ਦੇ ਵਿੱਚੋਂ ਕੋਈ ਮਾਣ ਮਿਲ ਜਾਵੇ, ਕਦੇ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿ ਮੈਂ ਗੁਰੂ ਘਰ ਵਿੱਚ ਜਾ ਕੇ ਸੇਵਾ ਕਰ ਲਈ। ਅਸੀਂ ਸੇਵਾ ਨਹੀਂ ਕਰ ਸਕਦੇ, ਗੁਰੂ ਸਾਡੇ ਉੱਤੇ ਤਰਸ ਕਰਕੇ ਸੇਵਾ ਕਰਵਾ ਸਕਦਾ ਹੈ। ਖਾਲਸਾ ਜੀ, ਕਈ ਵਾਰ ਅਸੀਂ ਸੁਭਾਵਕ ਹੀ ਕਈਆਂ ਨੂੰ ਕਹਿ ਦਿੰਨੇ ਆ ਕਿ ਸਾਡੀ ਚੜ੍ਹਦੀ ਕਲਾ ਤਾਂ ਹੈ ਅਸੀਂ ਬਾਬੇ ਦੀ ਬਾਹ ਪਕੜੀ ਹੋਈ ਹੈ, ਪਰ ਮੈਂ ਬੇਨਤੀ ਕਰਾਂ ਸਾਡੇ ਵਿੱਚ ਇੰਨੀ ਤਾਕਤ ਨਹੀਂ ਅਸੀਂ ਗੁਰੂ ਨਾਨਕ ਦੀ ਬਾਹ ਪਕੜ ਸਕੀਏ। ਅਸੀਂ ਅਣਜਾਣ ਬੱਚੇ ਹਾਂ, ਬਲਕਿ ਇਸ ਤਰ੍ਹਾਂ ਕਹਿਣਾ ਚਾਹੀਦਾ ਕਿ ਗੁਰੂ ਨਾਨਕ ਨੇ ਸਾਡੀ ਗਰੀਬਾਂ ਦੀ ਬਾਹ ਪਕੜੀ ਹੋਈ ਹੈ। ਕਿਉਂਕਿ ਜਦੋਂ ਗੁਰੂ ਨਾਨਕ ਬਾਹ ਪਕੜਦਾ ਛੱਡਦੇ ਨਹੀਂ, ਤੇ ਸਾਡੇ ਵਰਗੇ ਤੇ ਦਿਨ ਵਿੱਚ ਪਤਾ ਹੀ ਨਹੀਂ ਕਿੰਨੀ ਵਾਰ ਗੁਰੂ ਦੀ ਬਾਹ ਛੁਡਵਾ ਲੈਂਦੇ ਨੇ, ਪਰ ਸਤਿਗੁਰੂ ਫਿਰ ਵੀ ਸਾਨੂੰ ਬਖਸ਼ਦੇ ਆ। ਤੇ ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਵੀ ਇਹ ਨਹੀਂ ਕਹਿੰਦੇ ਮੈਂ ਆਪਣਾ ਦਾਸ ਕਰਾਂਗਾ, ਕਹਿੰਦੇ ਗੁਰੂ ਨਾਨਕ ਦੇ ਘਰ ਦਾ, ਪਰਮਾਤਮਾ ਦੇ ਘਰ ਦਾ ਦਾਸ ਬਣਾ ਦਿਆਂਗਾ। ਕਰੇ ਸਿੱਖ ਉਸ ਆਪਣੋ ਖਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਗੁਰੂ ਨਾਨਕ ਸਾਹਿਬ ਦੇ ਘਰ ਦਾ ਖਾਸ ਸਿੱਖ ਬਣ ਜਾਵੇਗਾ ਜੇ ਨਿਮਰਤਾ ਦੇ ਵਿੱਚ ਨਿਮਾਣਾ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਝੁਕ ਜਾਵੇਗਾ। ਦੋਹਰਾ ਨਦੀ ਗੁਦਾਵਰ ਟਿਗਹੁ ਤੋ ਸ਼ਹਿਰ ਨਦੇੜ ਸੁਨਾਮ। ਹੁਣ ਮਹੰਤ ਜੈਤ ਰਾਮ ਨੇ ਦੱਸਿਆ ਕਿ ਪਾਤਸ਼ਾਹ ਨੌ ਨੰਦਾਂ ਦੀ ਧਰਤੀ ਨੰਦੇੜ, ਜਿਸ ਧਰਤੀ ਨੂੰ ਅਸੀਂ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਮ ਤੋਂ ਅੱਜ ਵੀ ਨਮਸਕਾਰ ਕਰਦੇ ਹਾਂ। ਮਹੰਤ ਜੈਤ ਰਾਮ ਨੇ ਦੱਸਿਆ ਕਿ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਉਸ ਸਾਧੂ ਨੇ ਆਪਣੀ ਕੁਟੀਆ ਬਣਾਈ ਹੋਈ ਹੈ। ਭਲੇ ਸੋ ਦੱਖਣ ਕੁੰਠ ਮੈਂ ਹੈ ਪ੍ਰਗਟ ਸ਼ੁਭ ਥਾਮ। ਤੇ ਪਾਤਸ਼ਾਹ ਜਿੱਤ ਵੱਲ ਤੁਸੀਂ ਜਾ ਰਹੇ ਹੋ, ਦੱਖਣ ਦਿਸ਼ਾ ਵੱਲ, ਇਹ ਨੰਦੇੜ ਦੱਖਣ ਦੇ ਵਿੱਚ ਹੀ ਵਸਦਾ ਹੈ। ਇਹ ਨੰਦੇੜ ਦੀ ਧਰਤੀ ਦੱਖਣ ਦੇ ਵਿੱਚ ਹੈ ਜਿੱਥੇ ਉਸ ਨੇ ਆਪਣਾ ਡੇਰਾ ਬਣਾਇਆ ਹੈ। ਜੋ ਪਈ ਵੋ ਹੋਤ ਤੋ ਪ੍ਰਥਮ ਕੰਗਾਲ। ਪਾਤਸ਼ਾਹ ਜਿਹੜਾ ਮਾਧੋ ਦਾਸ ਵੈਰਾਗੀ ਪਹਿਲਾਂ ਤਾਕਤਾਂ ਵਾਲਾ ਨਹੀਂ ਸੀ, ਰਿੱਧੀਆਂ ਸਿੱਧੀਆਂ ਵਾਲਾ ਨਹੀਂ ਸੀ। ਮਹੰਤ ਜੈਤ ਰਾਮ ਕਹਿੰਦਾ ਕਿ ਪਹਿਲਾਂ ਤੇ ਕੰਗਾਲ ਹੀ ਸੀ, ਪਹਿਲਾਂ ਕੋਈ ਅਲੌਕਿਕ ਸ਼ਕਤੀਆਂ ਉਹਦੇ ਕੋਲ ਨਹੀਂ ਸਨ। ਰਲ ਕਹੂੰ ਤੁਰਿਓ ਸੋ ਸੰਤਨ ਨਾਲ। ਬਸ ਕਹਿ ਲੋ ਉਹਦੇ ਵੱਡੇ ਭਾਗਾਂ ਨਾਲ ਉਹਨੂੰ ਸਾਧੂਆਂ ਸੰਤਾਂ ਦੀ ਸੰਗਤ ਮਿਲ ਗਈ, ਜਿਹਨੇ ਸਾਧੂਆਂ ਸੰਤਾਂ ਦੀ ਸੰਗਤ ਦੇ ਨਾਲ ਉਹਦੇ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ। ਬਹੁਤ ਸੈਲ ਉਨ ਪ੍ਰਥਮੈ ਕਰਿਓ। ਉਹਨੇ ਪਹਿਲਾਂ ਸਾਧੂਆਂ ਸੰਤਾਂ ਨਾਲ ਬਹੁਤ ਸੈਰ ਕੀਤੀ ਹੈ, ਬਹੁਤ ਯਾਤਰਾ ਕੀਤੀ ਹੈ। ਸਿੱਧ ਮੰਤਰੀ ਉਸ ਮਿਲ ਪਰਿਓ। ਤੇ ਸਾਧੂਆਂ ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹਨੂੰ ਸਿੱਧ ਮੰਤਰ ਮਿਲ ਗਏ ਨੇ, ਜਿਹੜੇ ਮੰਤਰ ਉਹਨੇ ਸਿੱਧ ਕਰ ਲਏ ਨੇ। ਉਸ ਕੀ ਸੇਵ ਬਹੁਤ ਇਨ ਕਰੀ। ਉਹਨੇ ਇੱਕ ਸਾਧੂ ਦੀ ਬਹੁਤ ਸੇਵਾ ਕੀਤੀ, ਸਾਧੂਆਂ ਸੰਤਾਂ ਦੀ ਸੇਵਾ ਕਰਕੇ ਉਹਨੇ ਮੰਤਰਾਂ ਨੂੰ ਸਿੱਖਿਆ ਹੈ। ਵਿਦਿਆ ਦਈ ਇਨੇ ਉਸ ਭਲੀ। ਪਾਤਸ਼ਾਹ ਜੀ ਇੱਕ ਅਨੂਨੀਆ ਸਾਧ ਹੋਇਆ, ਉਸ ਸਾਧ ਨੇ ਇਸ ਮਾਧੋ ਦਾਸ ਬੈਰਾਗੀ ਨੂੰ ਰਿੱਧੀਆਂ ਸਿੱਧੀਆਂ ਦੀ ਵਿਦਿਆ ਦਿੱਤੀ ਹੈ। ਦਈ ਪੋਥੀਓ ਭੇਦ ਦਿਉ ਕੁਲ। ਤੇ ਉਸ ਅਨੂਨੀਆ ਸਾਧ ਨੇ ਇਹਨੂੰ ਇੱਕ ਪੋਥੀ ਦਿੱਤੀ ਸੀ, ਜਿਸ ਪੋਥੀ ਦੇ ਵਿੱਚ ਹਰ ਇੱਕ ਮੰਤਰ ਲਿਖਿਆ ਹੋਇਆ ਸੀ ਤੇ ਮਹੰਤਰ ਦੀ ਤਾਕਤ ਬਾਰੇ ਵੀ ਲਿਖਿਆ ਹੋਇਆ ਸੀ। ਇਹ ਮਹੰਤ ਜੈਤ ਰਾਮ ਮਾਧੋ ਦਾਸ ਬੈਰਾਗੀ ਬਾਰੇ ਦੱਸਦਾ ਵੀ ਉਹਦੇ ਕੋਲ ਰਿੱਧੀਆਂ ਸਿੱਧੀਆਂ ਕਿਵੇਂ ਆਈਆਂ।
ਤੇ ਮਹੰਤ ਜੈਤ ਰਾਮ ਕਹਿੰਦਾ ਵੀ ਸਾਧੂਆਂ ਦੀ ਸੰਗਤ ਦੇ ਨਾਲ ਉਹਨੂੰ ਇੱਕ ਪੋਥੀ ਮਿਲੀ। ਉਸ ਪੋਥੀ ਦੇ ਅੰਦਰ ਪਾਤਸ਼ਾਹ ਜੀ ਇਹ ਸਾਰੇ ਭੇਦ ਲਿਖੇ ਹੋਏ ਸਨ। ਸੋ ਕਰ ਦੀਨੋ ਆਪਣੇ ਤੁਲ। ਤੇ ਉਸ ਪੋਥੀ ਦੇ ਮੰਤਰਾਂ ਦੀ ਤਾਕਤ ਦੇ ਨਾਲ ਹੀ ਉਸ ਅਨੂਨੀਆ ਸਾਧ ਨੇ ਮਾਧੋ ਦਾਸ ਬੈਰਾਗੀ ਨੂੰ ਆਪਣੇ ਵਰਗਾ ਤਾਕਤਵਰ ਬਣਾ ਲਿਆ। ਜਗਤ ਕਰੀ ਨਾ ਬਹੁ ਵਿਖਿਆਤ। ਪਰ ਉਹਨੇ ਪੋਥੀ ਦੇਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਜਦੋਂ ਤੇਰੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ ਤੇ ਸੰਸਾਰ ਵਿੱਚ ਰੋਲਾ ਨਾ ਪਾਉਂਦਾ ਰਵੀਂ। ਗੋਪ ਰਹੇ ਤੋ ਰਹਿ ਪਾਸ। ਕਿਉਂਕਿ ਜੇ ਗੁਪਤ ਰਵੇਂਗਾ ਤੇ ਕਦੇ ਵੀ ਸੰਸਾਰ ਦੇ ਤਖਤੇ ਤੇ ਤੇਰੇ ਤੋਂ ਰਿੱਧੀਆਂ ਸਿੱਧੀਆਂ ਦੂਰ ਨਹੀਂ ਹੋਣਗੀਆਂ, ਤੇਰੇ ਕੋਲ ਰਹਿਣਗੀਆਂ। ਪਰ ਜਿੱਦਨ ਰੋਲਾ ਪਾਉਣ ਲੱਗ ਪਿਆ ਉਦਨ ਤੇਰੇ ਤੋਂ ਦੂਰ ਚਲੀ ਜਾਏਗੀ। ਪ੍ਰਗਟ ਕਰੇ ਤੋ ਲੈ ਜਾਏ ਸਾਸ। ਕਿਉਂਕਿ ਜੇ ਤੂੰ ਪ੍ਰਗਟ ਕਰ ਦਿੱਤੀਆਂ ਤੇ ਜਿਵੇਂ ਸਵਾਸ ਇੱਕ ਦਿਨ ਸਰੀਰ ਤੋਂ ਦੂਰ ਹੁੰਦੇ ਨੇ ਦੁਬਾਰਾ ਨਹੀਂ ਹੁੰਦੇ, ਇਸੇ ਤਰ੍ਹਾਂ ਤੇਰੀਆਂ ਰਿੱਧੀਆਂ ਸਿੱਧੀਆਂ ਵੀ ਦੂਰ ਹੋ ਜਾਣਗੀਆਂ। ਦੂਰਾ ਗੜ ਨਾਹੀ ਮਾਇਆ ਤੁਰਾ ਸ਼ਸਤਰ ਪਾਰਸ ਜੋਏ। ਹੁਣ ਅਨੂਨੀਆ ਸਾਧ ਨੇ ਮਾਧੋ ਦਾਸ ਵੈਰਾਗੀ ਨੂੰ ਦੱਸਿਆ ਕਿ ਜੇ ਕਿਸੇ ਕੋਲ ਮਜ਼ਬੂਤ ਕਿਲਾ ਹੋਵੇ, ਸੁੰਦਰ ਇਸਤਰੀ ਹੋਵੇ, ਜਾਂ ਬਹੁਤੀ ਮਾਇਆ ਹੋਵੇ ਤੇ ਜਾਂ ਫਿਰ ਪਾਰਸ ਹੋਵੇ, ਤੇ ਇਹਨਾਂ ਚੀਜ਼ਾਂ ਨੂੰ ਲੁਕੋ ਕੇ ਰੱਖਣਾ ਚਾਹੀਦਾ, ਬਹੁਤਾ ਰੋਲਾ ਨਹੀਂ ਪਾਉਣਾ ਚਾਹੀਦਾ। ਸਿੱਧ ਔਖਤੀ ਮੰਤਰ ਤੰਤਰ ਖੋਹਤ ਰਾਜੇ ਸੋਏ। ਤੇ ਜਿਹੜੇ ਜੰਤਰ ਮੰਤਰ ਨੇ ਇਹਨਾਂ ਦਾ ਵੀ ਰੋਲਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜਿਹੜੇ ਰਾਜੇ ਹੁੰਦੇ ਨੇ ਨਾ ਉਹ ਆਪਣਾ ਸ਼ਰੀਕ ਨਹੀਂ ਬਣਨ ਦਿੰਦੇ ਕਿਸੇ ਨੂੰ। ਜੇ ਖਾਲਸਾ ਜੀ ਇਹ ਪ੍ਰਥਾ ਸੀ ਪੁਰਾਣੇ ਸਮੇਂ ਦੇ ਵਿੱਚ, ਅੱਜ ਵੀ ਹੈਗੀ ਹੈ ਕਿ ਕਈਆਂ ਨੂੰ ਈਗੋ ਪ੍ਰੋਬਲਮ ਹੁੰਦੀ ਹੈ ਕਿ ਕੋਈ ਸਾਡੇ ਬਰਾਬਰ ਆ ਕੇ ਨਾ ਖੜ ਜਾਵੇ, ਉਹ ਇਸ ਕਰਕੇ ਕਿਸੇ ਦਾ ਕੰਮ ਚੱਲਣ ਨਹੀਂ ਦਿੰਦੇ। ਤੇ ਨੂਨੀਆ ਸਾਧ ਸਿੱਖਿਆ ਦਿੰਦਾ ਵੀ ਜਦੋਂ ਤੇਰੇ ਕੋਲੇ ਤਾਕਤਾਂ ਆਉਣ ਤੇ ਰੋਲਾ ਨਾ ਪਾਈ, ਕਿਉਂਕਿ ਜਿਹੜੇ ਰਾਜੇ ਨੇ ਉਹਨਾਂ ਨੇ ਤੈਨੂੰ ਮਾਰ ਕੇ ਇਹ ਤਾਕਤਾਂ ਖੋਹ ਲੈਣੀਆਂ। ਚੌਪਈ ਸ਼ਾਹ ਪਤਸ਼ਾਹ ਨਾ ਛਾੜੇ ਗੈਲ। ਕਿਉਂਕਿ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਨੇ, ਵੱਡੇ ਵੱਡੇ ਬਾਦਸ਼ਾਹ ਨੇ, ਉਹ ਦੂਜੇ ਦੀ ਅੜ ਭੰਨਣ ਵਾਸਤੇ, ਆਕੜ ਭੰਨਣ ਵਾਸਤੇ ਇਹ ਚੀਜ਼ਾਂ ਖੋਹ ਲੈਂਦੇ ਨੇ। ਮਾਰੇ ਤੁਰਤ ਜਿੰਦ ਆਪਣੀ ਪਹਿਲ। ਕਿਉਂਕਿ ਜਦੋਂ ਉਹਨਾਂ ਰਾਜਿਆਂ ਮਹਾਰਾਜਿਆਂ ਦਾ ਕੰਮ ਨਿਕਲ ਜਾਂਦਾ ਹੈ ਤੇ ਉਸ ਬੰਦੇ ਨੂੰ ਖਤਮ ਕਰ ਦਿੰਦੇ ਨੇ ਜਿਹੜਾ ਉਹਨਾਂ ਦਾ ਮਤਲਬ ਇੱਕ ਵਾਰ ਪੂਰਾ ਕਰ ਦਵੇ। ਉਹ ਜਾਣੇ ਯੈ ਲੈ ਜਗਪਤ ਸ਼ਾਹੀ। ਕਿਉਂਕਿ ਰਾਜਿਆਂ ਦੇ ਮਨ ਵਿੱਚ ਡਰ ਰਹਿੰਦਾ ਵੀ ਜਿਨ੍ਹਾਂ ਅੱਜ ਸਾਡੀ ਲੋੜ ਪੂਰੀ ਕੀਤੀ ਹੈ, ਕਿਤੇ ਹੋਵੇ ਨਾ ਕੱਲ ਨੂੰ ਇਹ ਰਾਜਾ ਬਣ ਜਾਵੇ, ਕਿਤੇ ਸਾਡੀ ਗੱਦੀ ਦਾ ਦਾਅਵੇਦਾਰ ਹੋ ਜਾਵੇ। ਸੋ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਨਾ, ਇਹ ਨਿੰਬੂ ਦੀ ਤਰ੍ਹਾਂ ਨਿਚੋੜ ਕੇ, ਭਾਵ ਇਸ ਤਰ੍ਹਾਂ ਬੰਦੇ ਨੂੰ ਵਰਤ ਕੇ ਫਿਰ ਛੱਡ ਦਿੰਦੇ ਨੇ। ਕਰਾਮਾਤ ਹੈ ਜਿਸਕੇ ਪਾਹੀ। ਤੇ ਅਨੂਨੀਆ ਸਾਧ ਕਹਿੰਦਾ ਵੀ ਜਿਹਦੇ ਕੋਲ ਵੀ ਦੁਨੀਆ ਤੇ ਕਰਾਮਾਤ ਹੈ, ਰਾਜੇ ਉਹਨੂੰ ਜਰਦੇ ਨਹੀਂ। ਘਰ ਹੀ ਬੈਠੇ ਦੇਵੇ ਮਾਰ। ਉਹ ਤੇ ਘਰ ਬੈਠੇ ਬਿਠਾਏ ਬੰਦੇ ਦਾ ਕਤਲ ਕਰਾ ਦਿੰਦੇ ਨੇ। ਯੈ ਇਸ ਹੈ ਭੈ ਤੇ ਵਹਿ ਕਰੇ ਖਵਾਰ। ਸਿਰਫ ਇਸ ਗੱਲ ਦਾ ਡਰ ਹੁੰਦਾ ਵੀ ਕਿਤੇ ਸਾਡਾ ਰਾਜ ਸਾਡੇ ਤੋਂ ਕੋਈ ਖੋਹ ਨਾ ਲਵੇ। ਔਰ ਚਾਹੇ ਵੈ ਨਿਜ ਹੱਥ ਲਿਓ। ਤੇ ਉਹਨਾਂ ਦਾ ਜੋ ਵੀ ਸਾਰਾ ਰਾਜ ਭਾਗ ਹੈ, ਜੋ ਮਹਿਲ ਨੇ, ਜੋ ਫੌਜਾਂ ਨੇ, ਜੋ ਖਜ਼ਾਨਾ ਨੇ, ਉਹ ਨਹੀਂ ਚਾਹੁੰਦੇ ਕਿ ਉਹਦਾ ਮਾਲਕ ਕੋਈ ਦੂਸਰਾ ਬਣ ਜਾਵੇ। ਸ਼ਰੀਕਨ ਜਿਮ ਉਸ ਮਾਰਨ ਕੀਓ। ਜਿਸ ਤਰ੍ਹਾਂ ਸ਼ਰੀਕਾਂ ਦਾ ਆਪਸ ਵਿੱਚ ਵੈਰ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਵੱਡੇ ਲੋਕ ਹੁੰਦੇ ਨੇ ਉਹ ਆਪਸ ਦੇ ਬਰਾਬਰ ਬੰਦੇ ਦੇ ਨਾਲ ਵੈਰ ਜ਼ਰੂਰ ਕਰਦੇ ਨੇ। ਅਬ ਸੁਨਿਓ ਪੋਥੀ ਕੋ ਨਾਮ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਤੁਹਾਨੂੰ ਉਹ ਪੋਥੀ ਬਾਰੇ ਦੱਸਦਾ ਜਿਹੜੀ ਪੋਥੀ ਮਾਧੋ ਦਾਸ ਵੈਰਾਗੀ ਨੂੰ ਮਿਲੀ, ਤੇ ਪੋਥੀ ਵਿੱਚ ਕਿਹੜੀਆਂ ਤਾਕਤਾਂ, ਕਿਹੜੀਆਂ ਕਰਾਮਾਤਾਂ ਸਨ, ਉਹ ਹੁਣ ਪੋਥੀ ਬਾਰੇ ਭਾਈ ਸਾਹਿਬ ਦੱਸਣ ਲੱਗੇ ਨੇ। ਸਿੱਧ ਅਨੂਨੀਆ ਮੰਤਰ ਥਾਮ। ਜਿਹੜਾ ਅਨੂਨੀਆ ਸਾਧ ਸੀ ਉਹਨੇ ਇਹ ਸਿੱਧ ਕੀਤੇ ਹੋਏ ਸਨ, ਉਹਦੇ ਕੋਲੇ ਪੋਥੀਆਂ, ਇਹ ਮੰਤਰ ਵਾਲੀ ਪੋਥੀ ਸੀ। ਹੋਤ ਗੋਰਖ ਕੋ ਚੇਲਾ ਖਾਸ। ਉਹ ਗੋਰਖਨਾਥ ਦਾ ਬੜਾ ਖਾਸ ਚੇਲਾ ਸੀ, ਗੋਰਖ ਦੀ ਸੇਵਾ ਕਰਕੇ ਉਹਨੇ ਮੰਤਰ ਸਿੱਧ ਕੀਤੇ ਸਨ। ਮਹਿਤ ਕਹੀ ਸੁਨ ਵੱਡਿਆਨ ਪਾਸ। ਤੇ ਉਹਦੇ ਕੋਲ ਕੋਈ ਆਮ ਬੰਦਾ ਨਹੀਂ ਸੀ ਜਾ ਸਕਦਾ।
ਗੋਰਖ ਕੋਲ ਜਾਂਦਾ ਵੀ ਉਹੀ ਸੀ ਜਿਹੜਾ ਸਿੱਧ ਹੁੰਦਾ ਸੀ। ਇਸ ਕਰਕੇ ਬੜੀ ਕਠਨ ਤਪੱਸਿਆ ਬਾਅਦ ਉਹਨੇ ਮੰਤਰ ਸਿੱਧ ਕੀਤੇ ਨੇ। ਪੋਥੀ ਮੈਥੀ ਵਿਦਿਆ ਸਭ, ਤੇ ਜਿਹੜੀ ਉਹ ਪੋਥੀ ਸੀ, ਉਸ ਪੋਥੀ ਦੇ ਵਿੱਚ, ਉਸ ਕਿਤਾਬ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵਿਦਿਆ, ਹਰ ਇੱਕ ਤਰ੍ਹਾਂ ਦੇ ਮੰਤਰ ਲਿਖੇ ਹੋਏ ਸਨ। ਜੋ ਜਗ ਮੈਂ ਹੁਤੀ ਅਲਬ, ਜਿਹੜੀ ਸੰਸਾਰ ਤੇ ਆਮ ਕਿਤਾਬਾਂ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ, ਉਹ ਉਸ ਪੋਥੀ ਦੇ ਵਿੱਚ ਗੱਲਾਂ, ਉਸ ਪੋਥੀ ਵਿੱਚ ਉਹ ਭੇਤ ਲਿਖੇ ਹੋਏ ਸਨ। ਮੰਤਰਨ ਵਿਦਿਆ ਤੰਤਰਨ ਸਾਰ, ਮੰਤਰਾਂ ਦੀ ਵਿਦਿਆ, ਮੰਤਰ ਤੋਂ ਭਾਵ ਜਿਹੜਾ ਆਪਾਂ ਮੂੰਹ ਦੁਆਰਾ ਪੜ੍ਹਦੇ ਆਂ, ਤੇ ਤੰਤਰਾਂ ਦੀ ਵਿਦਿਆ ਜਿਹੜਾ ਆ ਪੁਰਾਣੇ ਸਮਿਆਂ 'ਚ ਤੇ ਕਈ ਥਾਵਾਂ ਤੇ ਅੱਜ ਵੀ ਪਖੰਡ ਚੱਲਦਾ, ਧਾਗੇ ਕਰ ਦੇਈ ਜਾਂਦੇ। ਗੁਰੂ ਘਰ ਨੇ ਇਹਨਾਂ ਚੀਜ਼ਾਂ ਤੋਂ ਡੱਕਿਆ, ਪਰ ਇਹ ਬਹੁਤ ਪਖੰਡ ਚੱਲਦਾ ਸੀ। ਸੰਸਾਰ ਨੂੰ ਵਹਿਮਾਂ ਭਰਮਾਂ 'ਚ ਪਾਇਆ ਜਾਂਦਾ ਸੀ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਮੰਤਰਾਂ ਮੂੰਹ ਦੁਆਰਾ ਪੜਨ ਵਾਲੀ ਤੇ ਤੰਤਰ ਧਾਗਿਆਂ ਵਾਲੀ ਵਿਦਿਆ ਉਸ ਪੋਥੀ ਵਿੱਚ ਲਿਖੀ ਹੋਈ ਸੀ। ਜੰਤਰ ਜੁਗਤ ਓ ਮਹੂਰਤ ਵਾਰ, ਤੇ ਜੰਤਰ ਭਾਵ ਕੇ ਲਿਖ ਕੇ ਕਾਗਜ਼ ਦੇ ਉੱਤੇ ਕਿਸੇ ਦੇ ਉੱਤੇ ਮੰਤਰ ਸਿੱਧ ਕਰ ਦੇਣਾ, ਉਹਨੂੰ ਜੰਤਰਾਂ ਦੀ ਵਿਦਿਆ ਕਹਿੰਦੇ ਨੇ। ਭਾਵ ਕਿਸੇ ਦਾ ਨਾਮ ਲਿਖ ਕਰਕੇ ਮੰਤਰ ਪੜ੍ਹ ਕੇ ਉਹਨੂੰ ਪੁੱਠੇ ਪਾ ਦੇਣਾ, ਇਹ ਜੰਤਰਾਂ ਦੀ ਵਿਦਿਆ। ਸੋ ਕਈ ਪ੍ਰਕਾਰ ਦੀ ਵਿਦਿਆ ਦੁਨੀਆ ਤੇ ਹੈ। ਅਸਲ ਦੇ ਵਿੱਚ ਆਪਾਂ ਨੂੰ ਆਮ ਤੌਰ ਤੇ ਹੀ ਸੁਣਨ ਨੂੰ ਮਿਲਦਾ ਹੈ ਕਿ ਦੁਨੀਆ ਵਿੱਚ ਜੋ ਦਿਸ ਰਿਹਾ ਉਹ ਹੈ ਨਹੀਂ, ਤੇ ਜੋ ਅਸਲ ਵਿੱਚ ਦੁਨੀਆ ਵਿੱਚ ਹੈ ਉਹ ਬੰਦੇ ਨੂੰ ਦਿਸਦਾ ਨਹੀਂ। ਸੋ ਬਹੁਤ ਚੀਜ਼ਾਂ ਇਹੋ ਜੀਆਂ ਦੁਨੀਆ ਵਿੱਚ ਜਿਹੜੀਆਂ ਅਸੀਂ ਇੰਨਾ ਅੱਖਾਂ ਨਾਲ ਨਹੀਂ ਵੇਖ ਸਕਦੇ। ਬੰਦਗੀ ਵਾਲੇ, ਇਬਾਦਤ ਵਾਲੇ ਜਿਨ੍ਹਾਂ ਦੀਆਂ ਅਵਸਥਾਵਾਂ ਬਣਦੀਆਂ, ਉਹ ਫਿਰ ਇਹਨਾਂ ਚੀਜ਼ਾਂ ਦਾ ਵੀ ਆਨੰਦ ਮਾਣਦੇ ਆ। ਸੋ ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਜੰਤਰ ਮੰਤਰ ਤੰਤਰ ਦੀ ਵਿਦਿਆ ਸਿੱਧ ਕਰਨ ਬਾਰੇ ਉਸ ਕਿਤਾਬ ਵਿੱਚ ਲਿਖਿਆ ਹੋਇਆ ਸੀ। ਪਾਰਸ ਲੱਭਣ ਰਸਾਇਣਕਾਰ, ਤੇ ਪਾਰਸ ਨੂੰ ਕਿਵੇਂ ਲੱਭਿਆ ਜਾਵੇ, ਰਸਾਇਣ ਕਿਵੇਂ ਲੱਭਿਆ ਜਾਵੇ, ਇਹ ਵੀ ਲਿਖਿਆ ਸੀ। ਖਾਲਸਾ ਜੀ, ਕਿਸੇ ਕੋਲ ਪਿੱਤਲ ਹੋਵੇ ਜਾਂ ਲੋਹਾ ਹੋਵੇ, ਉਸ ਪਿੱਤਲ ਜਾਂ ਲੋਹੇ ਦੇ ਉੱਤੇ ਥੋੜਾ ਜਿਹਾ ਰਸਾਇਣ ਲਾ ਦਿੱਤਾ ਜਾਵੇ, ਰਸਾਇਣ ਪਾਰਸ ਲਾ ਕਰਕੇ ਫਿਰ ਅੱਗ ਦਾ ਸੇਕ ਦਿੱਤਾ ਜਾਵੇ ਨਾ, ਤੇ ਲੋਹਾ ਵੀ ਸੋਨਾ ਬਣ ਜਾਂਦਾ ਹੈ। ਇਹ ਤਾਕਤ ਵੀ ਉਸ ਪੋਥੀ ਵਿੱਚ ਲਿਖੀ ਸੀ ਵੀ ਲੋਹੇ ਨੂੰ ਸੋਨਾ ਕਿਵੇਂ ਬਣਾਇਆ ਜਾਵੇ। ਨਾਗਾ ਅਸਜਣੀ ਓ ਸਿੱਧ ਸਾਰ, ਤੇ ਜਿਹੜੇ ਨਾਗ ਨੇ, ਜ਼ਹਿਰੀ ਸੱਪ, ਉਹਨਾਂ ਦੇ ਜ਼ਹਿਰ ਦਾ ਇਲਾਜ ਕਿਵੇਂ ਕੀਤਾ ਜਾਵੇ, ਇਹ ਵੀ ਉਸ ਕਿਤਾਬ ਵਿੱਚ ਲਿਖਿਆ ਹੋਇਆ ਸੀ। ਰੁਦਰ ਜਾਲ ਬਿਦ ਇੰਦਰ ਜਾਲ, ਰੁਦਰ ਜਾਲ ਤੋਂ ਭਾਵ ਮਹਾਦੇਵ ਤੋਂ, ਸ਼ਿਵ ਤੋਂ ਕਿਸ ਤਰ੍ਹਾਂ ਕੰਮ ਲੈਣਾ, ਜੰਤਰ ਪੜ੍ਹ ਕੇ, ਮੰਤਰ ਪੜ੍ਹ ਕੇ, ਉਹ ਵੀ ਉਸ ਪੋਥੀ ਵਿੱਚ ਮੰਤਰ ਲਿਖੇ ਹੋਏ ਸਨ। ਅਦਭੁਤ ਖੇਡ ਓਡੀਸੇ ਚਾਲ, ਤੇ ਉੜੀਸਾ ਦੇ ਵਿੱਚ, ਭਾਰਤ ਦੇ ਵਿੱਚ ਜਿਹੜੀ ਉੜੀਸਾ ਸਟੇਟ ਹੈ, ਉੱਥੇ ਅੱਜ ਵੀ ਕਾਲਾ ਜਾਦੂ ਬੜਾ ਚੱਲਦਾ। ਕਹਿੰਦੇ ਉੜੀਸਾ ਦੇ ਵਿੱਚ ਜਿਹੜੀਆਂ ਚਾਲਾਂ ਵਰਤੀਆਂ ਜਾਂਦੀਆਂ, ਉਹ ਵੀ ਇਸ ਕਿਤਾਬ ਵਿੱਚ ਲਿਖੀਆਂ ਹੋਈਆਂ ਸਨ। ਜਲ ਮੈਂ ਮਿਲਨੋ ਉਪਰ ਜਾਨ, ਤੇ ਆਪਣੇ ਆਪ ਨੂੰ ਪਾਣੀ ਵਿੱਚ ਮਿਲਾ ਲੈਣਾ, ਆਪਣਾ ਸਰੀਰ ਗਾਇਬ ਕਰ ਲੈਣਾ, ਇਸ ਤਰ੍ਹਾਂ ਦੀ ਰਿੱਧੀ ਸਿੱਧੀ ਵੀ ਉਸ ਕਿਤਾਬ ਵਿੱਚ ਸੀ। ਓ ਆਕਾਸ਼ ਬੰਦ ਆਕਾਸ਼ ਉਡਾਨ, ਤੇ ਬੰਦਾ ਆਪਣਾ ਭਾਰ ਹੌਲਾ ਕਰਕੇ, ਸਰੀਰ ਹੌਲਾ ਕਰਕੇ ਆਕਾਸ਼ ਵਿੱਚ ਉੱਡ ਜਾਵੇ, ਉਹ ਮੰਤਰ ਵੀ ਉਸ ਪੋਥੀ ਵਿੱਚ ਲਿਖਿਆ ਹੋਇਆ ਸੀ। ਅਗਨ ਬੁਝਾਵਨ ਲਾਵਨ ਬਿਦ, ਤੇ ਲੱਗੀ ਹੋਈ ਅੱਗ ਨੂੰ, ਬਲਦੀ ਹੋਈ ਅੱਗ ਨੂੰ ਮੰਤਰ ਪੜ੍ਹ ਕੇ ਕਿਵੇਂ ਬੁਝਾ ਲਿਆ ਜਾਵੇ, ਇਹ ਵੀ ਉਸ ਕਿਤਾਬ ਵਿੱਚ ਮੰਤਰ ਲਿਖਿਆ ਹੋਇਆ ਸੀ। ਵਿੱਚ ਵੜ ਖਰਨ ਖਾਵਣ ਸਿੱਧ, ਤੇ ਬਲਦੀ ਹੋਈ ਅੱਗ ਦੇ ਵਿੱਚ ਖੜੇ ਹੋ ਜਾਣਾ, ਪਰ ਫਿਰ ਵੀ ਸਰੀਰ ਦੇ ਉੱਤੇ ਅੱਗ ਦਾ ਸੇਕਾ ਨਹੀਂ ਸੀ ਪਹੁੰਚਦਾ, ਇਹ ਮੰਤਰ ਵੀ ਲਿਖੇ ਹੋਏ ਸਨ। ਦੋਹਰਾ ਜਿਸੇ ਜਾਪ ਕੇ ਜਪੇ ਤੇ ਬਚਨ ਸਿੱਧੀ ਹੋਏ ਜਾਏ। ਕਹਿੰਦੇ ਐਸੇ ਮੰਤਰ ਸਨ ਵੀ ਬੰਦਾ ਮੰਤਰ ਪੜ੍ਹ ਕੇ ਜੋ ਵੀ ਮੂੰਹ ਤੋਂ ਬੋਲੇ, ਮੂੰਹ ਤੋਂ ਬੋਲਿਆ ਹਰ ਇੱਕ ਵਾਕ ਸੱਚ ਹੋ ਜਾਵੇ, ਇਹ ਮੰਤਰ ਵੀ ਉਹਦੇ ਵਿੱਚ ਲਿਖੇ ਹੋਏ ਸਨ। ਦੁੱਧ ਪੁੱਤ ਧਨ ਲక్ష్ਮੀ ਜਿਸੇ ਚਾਹੇ ਲਏ ਦਿਵਾਏ। ਤੇ ਐਸੇ ਮੰਤਰ ਸਨ ਵੀ ਬੰਦੇ ਨੂੰ ਜੋ ਵੀ ਚਾਹੁੰਦਾ ਹੋਵੇ, ਭਾਵ ਮਾਇਆ ਚਾਹੀਦੀ ਹੈ ਜਾਂ ਧਨ ਚਾਹੀਦਾ ਹੈ ਜਾਂ ਸੰਸਾਰ ਦੇ ਸੁੱਖ ਚਾਹੀਦੇ ਨੇ, ਉਹ ਮੰਤਰ ਲਿਖੇ ਸਨ ਵੀ ਇਹ ਮੰਤਰ ਪੜੋ ਤੇ ਧਨ ਮਿਲੇਗਾ, ਇਹ ਮੰਤਰ ਪੜੋ ਤੇ ਸੰਸਾਰ ਦੇ ਸੁੱਖ ਮਿਲਣਗੇ, ਤੇ ਪਰਿਵਾਰ ਦੇ ਜੀ ਮਿਲਣਗੇ, ਪਰਿਵਾਰ ਵਿੱਚ ਵਾਧਾ ਹੋਵੇਗਾ, ਇਹ ਮੰਤਰ ਲਿਖੇ ਸਨ। ਖਾਲਸਾ ਜੀ, ਪਹਿਲਾਂ ਬਹੁਤ ਵਹਿਮ ਭਰਮ ਚੱਲਿਆ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਕਿ ਸਰਬ ਰੋਗ ਕਾ ਔਖਦ ਨਾਮ, ਮੰਤਰਾਂ ਦਾ ਮਹਾਮੰਤਰਾਂ ਦਾ ਸਾਰ ਸਾਨੂੰ ਮੂਲ ਮੰਤਰ ਦੇ ਦਿੱਤਾ। ਜਿਸ ਸਿੱਖ ਦੀ ਜ਼ਬਾਨ ਦੇ ਉੱਤੇ ਕੱਲਾ ਇੱਕ ਓੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਟਿਕ ਜਾਂਦਾ, ਕਹਿੰਦੇ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਸੰਸਕਾਰ ਦੇ ਵਿੱਚ,
ਕਿਉਂਕਿ ਮੂਲ ਮੰਤਰ ਦੇ ਵਿੱਚ ਉਹ ਤਾਕਤ ਹੈ। ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਮੂਲ ਮੰਤਰ ਦਾ ਜਾਪ ਹੁੰਦਾ ਹੈ, ਉਸਨਾਂ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਖੁਦ ਆ ਕੇ ਚੌਂਕੜਾ ਲਾ ਕੇ ਸ਼ੁਭਾਇਮਾਨ ਹੋ ਜਾਂਦੇ ਨੇ। ਇਹ ਤਾਕਤ ਹੈ ਮੂਲ ਮੰਤਰ ਦੇ ਜਾਪ ਦੇ ਵਿੱਚ। ਸੋ ਭਾਈ ਰਤਨ ਸਿੰਘ ਭੰਗੂ ਉਸ ਮਾਧੋ ਦਾਸ ਵੈਰਾਗੀ ਦੀ ਉਹ ਕਰਾਮਾਤਾਂ ਵਾਲੀ ਕਿਤਾਬ ਬਾਰੇ ਦੱਸ ਰਹੇ ਨੇ। ਚੌਪਈ ਭੂਮ ਮਦ ਸਭ ਹੀ ਦਰਸਾਵਨ। ਧਰਤੀ ਦੇ ਵਿੱਚ ਜਿਹੜੀਆਂ ਗੁਪਤ ਰੂਹਾਂ ਨੇ, ਕਿਉਂਕਿ ਜਦੋਂ ਬੰਦੇ ਦੀ ਮੌਤ ਹੁੰਦੀ ਹੈ, ਖਾਲਸਾ ਜੀ ਜਿਹੜੇ ਬੰਦਗੀ ਨਹੀਂ ਕਰਦੇ, ਇਬਾਦਤ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਉਹ ਮੁਕਤ ਨਹੀਂ ਹੁੰਦੇ। ਉਹਨਾਂ ਦੀਆਂ ਆਤਮਾਵਾਂ ਫਿਰ ਤੁਰੀਆਂ ਫਿਰਦੀਆਂ ਭਟਕਦੀਆਂ, ਤੇ ਉਹ ਜਿਹੜੀਆਂ ਆਤਮਾਵਾਂ ਇਨ੍ਹਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀਆਂ, ਖਾਲਸਾ ਜੀ ਉਹਦੇ ਵਿੱਚੋਂ ਮੰਤਰ ਸਨ ਵੀ ਉਹ ਮੰਤਰ ਪੜਿਆਂ ਦੁਨੀਆ ਦੀਆਂ ਗੁਪਤ ਚੀਜ਼ਾਂ ਨਜ਼ਰ ਹੀ ਆ ਜਾਂਦੀਆਂ ਸਨ। ਵੇਖੋ ਅੱਜ ਭਾਵੇਂ ਸਮਾਂ ਇਹੋ ਜਿਹਾ ਕਿ ਬੰਦੇ ਨੇ ਪੜ੍ਹਾਈ ਵਿਦਿਆ ਨਹੀਂ ਵੀ ਲਈ, ਪਰ ਫਿਰ ਵੀ ਵਿਦਿਆ ਦਾ ਖੰਡਨ ਕਰਦਾ। ਸੋ ਧਰਮ ਦੀ, ਭਗਤੀ ਦੀ, ਬੰਦਗੀ ਦੀ ਇੱਕ ਵੱਖਰੀ ਵਿਦਿਆ ਹੈ। ਜਦੋਂ ਬੰਦਾ ਬੰਦਗੀ ਵੱਲ ਚੱਲਦਾ ਹੈ, ਅਭਿਆਸ ਵੱਲ ਚੱਲਦਾ ਹੈ, ਤੇ ਹਰ ਇੱਕ ਨੂੰ ਇੱਕ ਨਵਾਂ ਅਨੁਭਵ ਹੁੰਦਾ ਹੈ। ਤੇ ਜਿਹਨੂੰ ਅਨੁਭਵ ਹੁੰਦਾ ਹੈ ਉਹ ਫਿਰ ਰੋਲਾ ਨਹੀਂ ਪਾਉਂਦਾ, ਆਪਣੇ ਅੰਦਰ ਉਸ ਵਸਤੂ ਨੂੰ ਲੁਕਾ ਕੇ ਰੱਖਦਾ ਹੈ। ਸੋ ਅੱਜ ਅਸੀਂ ਬੰਦਗੀ ਤੋਂ ਦੂਰ ਜਾਂਦੇ ਹਾਂ, ਇਬਾਦਤ ਤੋਂ ਦੂਰ ਜਾਂਦੇ ਹਾਂ, ਪਰ ਇਬਾਦਤ ਤੇ ਬੰਦਗੀ ਦੇ ਮਿਹਨਤ ਕੀਤਿਆਂ ਬਹੁਤ ਅਨੁਭਵ ਹੁੰਦੇ ਨੇ। ਸਤਿਗੁਰ ਦੀ ਕਿਰਪਾ ਹੁੰਦੀ ਹੈ। ਲੁਕੀ ਟੁਕੀ ਸਭ ਤੁਰਤ ਮਗਾਵਨ। ਕਹਿੰਦੇ ਨੇ ਧਰਤੀ ਤੇ ਜਿਹੜੀਆਂ ਚੀਜ਼ਾਂ ਲੁਕੀਆਂ ਹੋਈਆਂ ਨੇ ਅਸਮਾਨ ਦੇ ਵਿੱਚ ਜਾਂ ਜਲ ਦੇ ਵਿੱਚ, ਉਹ ਸਾਰੀਆਂ ਨਜ਼ਰੀ ਆ ਜਾਂਦੀਆਂ ਨੇ। ਬੂਟੀ ਬੁਲਾਵਣ ਬਨਹਿ ਜਗਾਵਨ। ਤੇ ਜਿਹੜੇ ਪੁਰਾਣੇ ਵੈਦ ਹੁੰਦੇ ਸੀ, ਕਿਉਂਕਿ ਪੁਰਾਣੇ ਸਮੇਂ ਵਿੱਚ ਹਸਪਤਾਲ ਤਾਂ ਹੁੰਦੇ ਨਹੀਂ ਸੀ, ਪਰ ਲੋਕ ਤਾਂ ਬਿਮਾਰ ਉਸੇ ਤਰ੍ਹਾਂ ਹੁੰਦੇ ਸਨ ਜਿਵੇਂ ਅੱਜ ਹੁੰਦੇ ਨੇ। ਤੇ ਪੁਰਾਣੇ ਸਮਿਆਂ ਦੇ ਵਿੱਚ ਵੈਦ ਲੋਕ ਬੂਟੀਆਂ ਬੁਲਵਾ ਕਰਕੇ ਬੂਟੀ ਦੁਆਰਾ ਇਲਾਜ ਕਰਦੇ ਸੀ, ਕੁਦਰਤ ਤੋਂ ਇਲਾਜ ਕਰਦੇ ਸੀਗੇ। ਆਯੁਰਵੇਦ ਜਿਹਨੂੰ ਆਪਾਂ ਕਹਿ ਦਿੰਨੇ ਆ ਖਾਲਸਾ ਜੀ, ਤਾਂ ਕਹਿੰਦੇ ਉਹ ਮੰਤਰ ਵੀ ਸਨ ਕਿ ਕਿਹੜੀ ਬੂਟੀ ਦੇ ਨਾਲ ਕਿਹਦਾ ਇਲਾਜ ਹੋਵੇਗਾ, ਕਿਸ ਪੱਤੇ ਦੇ ਨਾਲ ਕਿਸ ਬਿਮਾਰੀ ਦਾ ਇਲਾਜ ਹੋਵੇਗਾ, ਉਹ ਵਿਦਿਆ ਵੀ ਉਸ ਕਿਤਾਬ ਵਿੱਚ ਲਿਖੀ ਹੋਈ ਸੀ। ਪਾਰਸ ਪੋਰਸ ਵਿਦ ਬਾਣਾਵਣ। ਤੇ ਪਾਰਸ ਲੱਭ ਲੈਣਾ, ਰਸਾਇਣ ਲੱਭ ਲੈਣੇ, ਇਹ ਵਿਦਿਆ ਵੀ ਲਿਖੀ ਹੋਈ ਸੀ। ਔਰ ਇਸਤਰੀ ਹੋਵੇ ਮਰਦ। ਇਸਤਰੀ ਦੇ ਸਰੀਰ ਨੂੰ ਮਰਦ ਦੇ ਵਿੱਚ ਤਬਦੀਲ ਕਰ ਦੇਣਾ, ਉਹ ਮੰਤਰ ਵੀ ਲਿਖੇ ਹੋਏ ਸਨ। ਮਰਦੋਂ ਪੀਸੋ ਇਸਤਰੀ ਕਰਦ। ਤੇ ਮਰਦ ਦੇ ਸਰੀਰ ਤੋਂ ਇਸਤਰੀ ਦਾ ਸਰੀਰ ਬਣਾ ਦੇਣਾ, ਇਹ ਮੰਤਰਾਂ ਦੀ ਵਿਦਿਆ ਵੀ ਉਸ ਕਿਤਾਬ ਵਿੱਚ ਲਿਖੀ ਹੋਈ ਸੀ। ਲੁਕੀ ਛਿਪੀ ਪਰ ਚਿਤਨੀ ਚਿਤ ਕੀ ਜਾਣਨ। ਤੇ ਦੂਸਰੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਦੂਸਰੇ ਦੀ ਮਨ ਨੂੰ, ਗੱਲ ਨੂੰ ਪੜਨ ਵਾਲੀ ਵਿਦਿਆ ਵੀ ਉਹਦੇ ਵਿੱਚ ਸੀ ਕਿ ਦੂਸਰੇ ਦੇ ਮਨ ਵਿੱਚ ਕੀ ਵਿਚਾਰ ਚੱਲ ਰਹੇ ਨੇ, ਉਹ ਵਿਦਿਆ, ਉਹ ਮੰਤਰ ਵੀ ਲਿਖੇ ਹੋਏ ਸਨ। ਮੋਹਨ ਚਾਟਣ ਤੋਰਨ ਬੁਲਾਵਨ। ਤੇ ਖਾਲਸਾ ਜੀ ਇਹ ਸੰਸਾਰ ਦੇ ਪਸ਼ੂ ਪੰਛੀਆਂ ਨੂੰ ਬੁਲਾਉਣ ਵਾਲੇ ਮੰਤਰ, ਕਿ ਪਸ਼ੂ ਪੰਛੀਆਂ ਨਾਲ ਵੀ ਗੱਲਾਂ ਕੀਤੀਆਂ ਜਾਣ, ਉਹ ਵਿਦਿਆ ਵੀ ਲਿਖੀ ਹੋਈ ਸੀ। ਦੁਸ਼ਟੈ ਮਾਰਨ ਚੋਰਨ ਬਚਾਈਐ। ਤੇ ਬਿਨਾਂ ਕੁਝ ਕੀਤਿਆਂ ਚੋਰਾਂ ਨੂੰ ਅੰਨਾ ਕਰ ਦੇਣਾ, ਦੁਸ਼ਟਾਂ ਨੂੰ ਮਾਰ ਮਕਾਉਣਾ, ਇਹ ਰਿੱਧੀਆਂ ਸਿੱਧੀਆਂ ਦੀਆਂ ਮੰਤਰ ਦੀ ਵਿਦਿਆ ਵੀ ਉਸ ਕਿਤਾਬ ਵਿੱਚ ਲਿਖੀ ਹੋਈ ਸੀ। ਤਾਰੇ ਅੰਬਰੋਂ ਤੋੜ ਮੰਗਾਈਐ। ਤੇ ਆਕਾਸ਼ ਦੇ ਵਿੱਚ ਕਿੰਨੇ ਤਾਰੇ ਨੇ, ਆਕਾਸ਼ ਦੇ ਵਿੱਚ ਕਿੰਨੇ ਬ੍ਰਹਮੰਡ ਨੇ, ਉਹਨਾਂ ਦਾ ਗਿਆਨ ਕਰਨ ਵਾਲੀ ਵਿਦਿਆ ਵੀ ਉਸ ਕਿਤਾਬ ਵਿੱਚ ਲਿਖੀ ਹੋਈ ਸੀ। ਅੜਿਓ ਕਿਲੋ ਕੀ ਤੋੜਨ ਬਿਦ। ਤੇ ਵੱਡੇ ਵੱਡੇ ਕਿਲਾਂ ਦੇ ਬੰਨ ਤੋੜ ਦੇਣੇ, ਵੱਡੇ ਵੱਡੇ ਕਿਲਿਆਂ ਨੂੰ ਖੋਖਲਾ ਕਰ ਦੇਣਾ, ਉਹ ਮੰਤਰ ਵੀ ਲਿਖੇ ਹੋਏ ਸਨ। ਮੈਦਾਨ ਲੜਾਈ ਜਿੱਤ ਹੋਏ ਸਿੱਧ। ਤੇ ਜੰਗ ਦੇ ਮੈਦਾਨ ਵਿੱਚ ਕਿਵੇਂ ਜਿੱਤਿਆ ਜਾਵੇ, ਉਹ ਵਿਦਿਆ ਵੀ ਲਿਖੀ ਹੋਈ ਸੀ। ਕੌਣ ਵਗਾਵੇ ਮੀਂਹ ਬਰਸਾਵੇ। ਤੇ ਕਿਸ ਤਰ੍ਹਾਂ ਹਵਾ ਦਾ ਨੇਰ ਲਿਆਉਣਾ ਹੈ, ਤੇ ਕਿਸ ਤਰ੍ਹਾਂ ਮੀਂਹ ਦੀ ਵਰਖਾ ਕਰਾਉਣੀ ਹੈ, ਬਦਲਾਂ ਨੂੰ ਗਰਜਾਉਣਾ ਹੈ, ਉਹ ਮੰਤਰ ਵੀ ਲਿਖੇ ਹੋਏ ਸਨ। ਜਿੱਧਰੋਂ ਮੰਗਾਵੇ ਜਿੱਧਰ ਚਲਾਵੇ। ਸੋ ਕਹਿਣ ਤੋਂ ਭਾਵ ਹਰ ਇੱਕ ਪ੍ਰਕਾਰ ਦੀ ਰਿੱਧੀ ਸਿੱਧੀ ਕਰਾਮਾਤ ਵਾਲੀ ਉਹ ਕਿਤਾਬ ਸੀ, ਜਿਹੜੀ ਕਿ ਅਨੂਨੀਆਂ ਸਾਧ ਨੇ ਮਾਧੋ ਦਾਸ ਵੈਰਾਗੀ ਨੂੰ ਦਿੱਤੀ ਸੀ। ਗੜਾ ਠੜਾਇਓ ਬਿਜਲੀ ਪਾਵੇ। ਤੇ ਆਕਾਸ਼ ਦੇ ਵਿੱਚ ਬਿਜਲੀ ਚਮਕਾ ਦੇਣੀ, ਬਿਜਲੀ ਚਮਕਾ ਕਰਕੇ ਬਦਲਾਂ ਤੋਂ ਮੀਂਹ ਪਵਾ ਦੇਣਾ, ਗੜੇ ਪਵਾ ਦੇਣੇ, ਉਹ ਮੰਤਰ ਵੀ ਉਹਦੇ ਵਿੱਚ ਲਿਖੇ ਹੋਏ ਸਨ। ਪਰ ਸ਼ਰਾਪ ਤਿਸ ਬਿਰਥਾ ਨਾ ਜਾਵੇ। ਤੇ ਕਿਸੇ ਨੂੰ ਸ਼ਰਾਪ ਦੇ ਦੇਣਾ, ਕਿਸੇ ਬਾਰੇ ਗਲਤ ਸੋਚਣਾ ਤੇ ਉਹ ਪੂਰਾ ਹੋ ਜਾਵੇ, ਕਹਿੰਦੇ ਐਸੇ ਐਸੇ ਮੰਤਰ ਉਸ ਕਿਤਾਬ ਵਿੱਚ ਲਿਖੇ ਹੋਏ ਸਨ। ਦੋਰਾ ਭੂਤ ਪ੍ਰੇਤ ਜੋ ਸੋ ਜੋਗਣ ਸੁਗਨ ਦੇਵਤ ਸਿੱਧ ਅਰ ਵੀਰ। ਸੋ ਭੂਤਾਂ ਪ੍ਰੇਤਾਂ ਦੇਵੀਆਂ ਦੇਵਤਿਆਂ ਵਾਲੀ ਮੰਤਰ
ਉਹ ਸਾਰੀ ਵਿਦਿਆ ਉਸ ਕਿਤਾਬ ਵਿੱਚ ਲਿਖੀ ਸੀ ਜਿਹੜੀ ਮਾਧੋ ਦਾਸ ਵੈਰਾਗੀ ਨੂੰ ਪ੍ਰਾਪਤ ਹੋਈ। ਜਛ ਰਸ ਕੀਰਨ ਮੁਸ਼ਨ ਸੁਲਛ ਆਵੇ ਪੜੇ ਮਤ ਧੀਰ। ਜਛ ਰਛ ਕਿੰਨਰ ਸੁਲਛ ਆਵੈ ਪੜੈ ਮਤ ਧੀਰ, ਉਹ ਮੰਤਰ ਲਿਖੇ ਸੀ ਜਿਨ੍ਹਾਂ ਦੇ ਨਾਲ ਦੇਵ ਲੋਕ ਦੇ ਨ੍ਰਿਤਕਾਰਾਂ ਤੋਂ ਵੀ ਕੰਮ ਲਿਆ ਜਾਂਦਾ ਸੀ। ਦੇਵ ਲੋਕ ਦੇ ਨ੍ਰਿਤਕਾਰ ਮੰਨੇ ਗਏ, ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਕਿ ਕੇਤੇ ਕੱਛ ਮੱਛ ਕੇਤੇ ਉਨ ਕੋ ਕਰਤ ਭੱਚ, ਕੇਤੇ ਅਛ ਵਛ ਹੋਏ ਸਪੱਛ ਉੱਡ ਜਾਹੇਂਗੇ। ਇਹਨਾਂ ਬਾਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿੰਦੇ ਉਹ ਮੰਤਰ ਲਿਖੇ ਸੀ ਵੀ ਇਹਨਾਂ ਤੋਂ ਕੰਮ ਕਿਵੇਂ ਲਿਆ ਜਾਵੇ। ਚੌਪਈ ਜਿਸੇ ਜਿਤਾਵੇ ਜਿਤੈ ਸੋਈ। ਸੋ ਕਿਸੇ ਨੂੰ ਮੰਤਰ ਪੜ੍ਹ ਕੇ ਦੇ ਦੇਣਾ ਕਿ ਤੇਰੀ ਜਿੱਤ ਹੋਵੇਗੀ, ਤੇ ਉਸੇ ਤਰ੍ਹਾਂ ਜਿੱਤ ਵੀ ਹੁੰਦੀ ਸੀ। ਇਹ ਵਿਦਿਆ ਵੀ ਲਿਖੀ ਹੋਈ ਸੀ। ਹਰਾਵੇ ਜਿਸੇ ਹਾਰੇ ਵੀ ਹੋਈ। ਤੇ ਜਿਹਨੂੰ ਬੰਦਾ ਹਰਾਉਣਾ ਚਾਹੁੰਦਾ ਹੈ ਉਹ ਮੰਤਰ ਵੀ ਲਿਖੇ ਸਨ ਵੀ ਇਸ ਮੰਤਰ ਦੇ ਨਾਲ ਹਰਾਇਆ ਜਾਂਦਾ ਹੈ। ਸ਼ੇਰ ਸਰਪ ਬਿਛੂ ਮੱਛਰ ਮੱਖ। ਤੇ ਸ਼ੇਰ ਤੋਂ, ਸੱਪ ਤੋਂ, ਬਿਛੂਆਂ ਦੇ ਡੰਗ ਤੋਂ ਕਿਵੇਂ ਬਚਿਆ ਜਾਵੇ, ਇਹ ਵਿਦਿਆ ਵੀ ਉਹਦੇ ਵਿੱਚ ਲਿਖੀ ਹੋਈ ਸੀ। ਰਾਜ ਪਰਚਾ ਤੇ ਹੋਵੇ ਸੁਖ। ਤੇ ਸੰਸਾਰ ਤੇ ਪ੍ਰਜਾ ਨੂੰ ਕਿਵੇਂ ਸੁਖੀ ਕੀਤਾ ਜਾਵੇ, ਉਹ ਮੰਤਰ ਵੀ ਲਿਖੇ ਸੀ। ਖਾਲਸਾ ਜੀ ਇਹ ਵੇਖੋ 64 ਪ੍ਰਕਾਰ ਦੀ, ਜੇ ਮੈਂ ਸਿੱਧੀ ਭਾਸ਼ਾ 'ਚ ਕਿ 64 ਤਰ੍ਹਾਂ ਦੀ ਵਿਦਿਆ ਸੰਸਾਰ ਤੇ ਮੰਨੀ ਗਈ ਹੈ, ਜੋ ਪੁਰਾਣੇ ਸਮੇਂ ਵਿੱਚ ਸਾਡੇ ਭਾਰਤ ਦੇ ਰਿਸ਼ੀ ਮੁਨੀਆਂ ਨੇ, ਸਾਧੂਆਂ ਸੰਤਾਂ ਨੇ ਕੀਤੀ ਹੈ। ਇਹ ਗੱਲ ਨੂੰ ਮੰਨਣਯੋਗ ਹੈ ਵੀ ਵਿਦੇਸ਼ਾਂ ਨੇ ਭਾਵੇਂ ਕਿ ਬਾਹਰੀ ਤੌਰ ਤੇ ਬਹੁਤ ਤਰੱਕੀ ਕੀਤੀ ਹੈ, ਡਿਵੈਲਪਮੈਂਟ ਕੀਤੀ ਹੈ, ਪਰ ਅਧਿਆਤਮਿਕ ਤੌਰ ਤੇ ਜੋ ਤਰੱਕੀ ਭਾਰਤ ਦੇ ਵਿੱਚ ਰਹਿਣ ਵਾਲੇ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ, ਉਹ ਇਨ੍ਹਾਂ ਦੇਸ਼ਾਂ ਵਿੱਚ ਨਹੀਂ ਹੋ ਸਕੀ। ਇਸੇ ਕਰਕੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਆਪਣੀ ਕਥਾ ਦੇ ਵਿੱਚ ਜ਼ਿਕਰ ਕੀਤਾ ਕਿ ਜੋ ਅਧਿਆਤਮਕ ਤੇ ਧਾਰਮਿਕ ਵਿਦਿਆ ਤੇ ਤਰੱਕੀ ਉਹਨਾਂ ਸਾਧੂਆਂ ਨੇ ਕੀਤੀ, ਇੱਥੇ ਨਹੀਂ ਹੋ ਸਕੀ। ਇਸੇ ਕਰਕੇ ਇੱਥੋਂ ਦੇ ਕੁਝ ਲੋਕ ਜਦੋਂ ਉੱਥੇ ਜਾ ਕੇ ਉਸ ਧਰਮ ਦੀ ਵਿਦਿਆ ਨੂੰ ਵੇਖਦੇ ਨੇ ਤੇ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ। ਅੱਜ ਵੀ ਉਧਰ ਹਰਿਦੁਆਰ, ਬਨਾਰਸ ਵੱਲ ਜਾ ਕਰਕੇ ਵੇਖੀਏ ਜਾਂ ਅਨੰਦਪੁਰ ਸਾਹਿਬ ਵੀ ਜਾ ਕਰਕੇ ਵੇਖੀਏ ਤੇ ਬਹੁਤ ਸਾਰੇ ਗੋਰੇ ਉਸ ਧਰਮ ਦੀ ਵਿਦਿਆ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇਸ਼ਾਂ ਵਿੱਚ ਰਹਿਣਾ ਸ਼ੁਰੂ ਕਰਦੇ ਨੇ। ਸੋ ਬੜੇ ਪ੍ਰਕਾਰ ਦੀ ਵਿਦਿਆ, ਪਰ ਇਹ ਵਿਦਿਆ ਕੇਵਲ ਉਹ ਲੈਂਦੇ ਸੀ ਜਿਹੜੇ ਸਾਧੂ ਸੰਤ ਰਿਸ਼ੀ ਜਾਂ ਸਿੱਧ ਪੁਰਸ਼ ਹੁੰਦੇ ਸੀ। ਇਸ ਕਰਕੇ ਆਮ ਗ੍ਰਸਤੀ ਲੋਕ ਇਸ ਵਿਦਿਆ ਨੂੰ ਸਮਝਣ ਵਿੱਚ ਹਜੇ ਬਹੁਤ ਪਿੱਛੇ ਨੇ। ਸੋ ਭਾਈ ਸਾਹਿਬ ਉਸ ਵਿਦਿਆ ਦਾ ਜ਼ਿਕਰ ਕਰ ਰਹੇ ਜਿਹੜੀ ਕਿ ਰਿੱਧੀਆਂ ਸਿੱਧੀਆਂ ਦੀਆਂ ਵਿਦਿਆਵਾਂ ਸਾਧੂ ਸੰਤ ਮਹਾਤਮਾ ਪਹਾੜਾਂ ਤੇ ਤਪੱਸਿਆ ਕਰਕੇ ਲੈਂਦੇ ਸਨ। ਚੋਰ ਠੱਗ ਐ ਬਿਸ਼ਚਰ ਬਿਖ। ਤੇ ਕਹਿੰਦੇ ਸੱਪ ਦੇ ਜ਼ਹਿਰ ਦਾ ਇਲਾਜ ਕਿਵੇਂ ਕੀਤਾ ਜਾਵੇ, ਚੋਰਾਂ ਤੋਂ ਕਿਵੇਂ ਬਚਿਆ ਜਾਵੇ, ਉਹ ਸਾਰੇ ਮੰਤਰ ਉਸ ਪੋਥੀ ਵਿੱਚ ਲਿਖੇ ਹੋਏ ਸਨ। ਸੁਣਤ ਸ਼ਬਦ ਤਿਸ ਹੋਵੇ ਸੁਖ। ਤੇ ਐਸੇ ਮੰਤਰ ਸਨ ਵੀ ਜਿਸ ਮੰਤਰ ਦੇ ਸੁਣਿਆ ਹੀ ਅੰਦਰ ਉਹ ਸੁੱਖ ਮਿਲੇ, ਸੰਸਾਰ ਦੇ ਪਦਾਰਥ ਮਿਲ ਜਾਣ, ਮਾਇਆ ਮਿਲ ਜਾਵੇ, ਉਹ ਮੰਤਰ ਵੀ ਉਸ ਵਿਦਿਆ ਵਿੱਚ, ਉਸ ਪੋਥੀ ਵਿੱਚ ਲਿਖੇ ਹੋਏ ਸਨ। ਆਪ ਪਹੁੰਚੈ ਕੋਏ। ਤੇ ਜਿੱਥੇ ਬੰਦਾ ਪਹੁੰਚਣਾ ਚਾਵੇ ਉੱਥੇ ਉਡਾਰੀ ਲਾ ਕੇ ਪਹੁੰਚ ਜਾਵੇ, ਉਹ ਮੰਤਰ ਉਸ ਪੋਥੀ ਵਿੱਚ ਲਿਖ ਕੇ ਦਿੱਤੇ। ਮਰੇ ਜੋ ਸਰਪੋਂ ਜਿਵੇਂ ਵੀ ਸੋਏ। ਤੇ ਜੇ ਸੱਪ ਦੇ ਜ਼ਹਿਰ ਨਾਲ ਕੋਈ ਮਰ ਗਿਆ ਤੇ ਉਹਦਾ ਇਲਾਜ ਕਰਕੇ ਉਹਨੂੰ ਕਿਵੇਂ ਜਿਉਂਦਾ ਕਰਨਾ ਹੈ, ਉਹ ਵੀ ਮੰਤਰ ਉਹਦੇ ਵਿੱਚ ਲਿਖੇ ਹੋਏ ਸਨ। ਗਿੱਦੜ ਕੁੱਤੋ ਹਲਕਾਇਆ ਹੋਏ। ਤੇ ਜੰਗਲ ਦੇ ਜਾਨਵਰਾਂ ਦੇ ਵੱਢਣ ਦੇ ਨਾਲ ਜੇ ਕੋਈ ਬਿਮਾਰ ਹੋਇਆ ਉਹਦਾ ਇਲਾਜ ਕਿਵੇਂ ਕੀਤਾ ਜਾਵੇ, ਉਹ ਵੀ ਉਹਦੇ ਵਿੱਚ ਲਿਖਿਆ ਹੋਇਆ ਸੀ। ਸੁਣਤ ਬਚਨ ਬਿਸਰਹਿ ਨ ਕੋਏ। ਉਸ ਪੋਥੀ ਵਿੱਚ ਉਹ ਬਚਨ ਲਿਖੇ ਹੋਏ ਸਨ ਕਿ ਆਮ ਤੌਰ ਤੇ ਸਮਝਣ ਵਿੱਚ ਨਹੀਂ ਆਉਂਦੇ, ਪਰ ਜਿਹੜਾ ਸਮਝ ਲੈਂਦਾ ਸੀ ਹਰ ਇੱਕ ਪ੍ਰਕਾਰ ਦਾ ਇਲਾਜ ਕਰ ਲੈਂਦਾ ਸੀ। ਸ਼ੇਰ ਬਾਗ ਓ ਬਿੱਲੇ ਬਗਿਆੜ। ਜੰਗਲ ਵਿੱਚ ਰਹਿਣ ਵਾਲੇ ਸ਼ੇਰ ਬਗਿਆੜ, ਉਹਨਾਂ ਦਾ ਇਲਾਜ, ਉਹਨਾਂ ਤੋਂ ਕਿਵੇਂ ਬਚਿਆ ਜਾਵੇ, ਉਹ ਵੀ ਉਹਦੇ ਵਿੱਚ ਲਿਖਿਆ ਹੋਇਆ ਸੀ। ਹਾਥ ਮੁਖ ਨਹੀਂ ਸਕੇ ਉਜਾੜ। ਕਿ ਜੇ ਜਾਨਵਰ ਸਾਹਮਣੇ ਆ ਕੇ ਖੜ ਜਾਵੇ, ਉਹ ਮੰਤਰ ਪੜਿਆ ਜਾਵੇ ਤੇ ਜਾਨਵਰ ਤੁਹਾਡਾ ਵਾਲ ਵਿੰਗਾ ਵੀ ਨਾ ਕਰ ਸਕੇ, ਉਹ ਮੰਤਰ ਉਹਦੇ ਵਿੱਚ ਲਿਖੇ ਹੋਏ ਸਨ। ਬਿਰਛ ਬਜੀ ਜੋ ਧਰਨ ਉਪਾਈ। ਸੋ ਧਰਤੀ ਦੇ ਉੱਤੇ ਜੋ ਵੀ ਬਨਸਪਤੀ ਹੈ, ਉਸ ਬਨਸਪਤੀ ਦੇ
ਰੰਗਾਂ ਨੂੰ, ਉਸ ਬਨਸਪਤੀ ਦੀ ਪ੍ਰਜਾਤੀਆਂ ਨੂੰ ਸਮਝਣ ਵਾਸਤੇ ਵੀ ਉਹਦੇ ਵਿੱਚ ਬਹੁਤ ਤਰ੍ਹਾਂ ਦੀ ਵਿਦਿਆ ਲਿਖੀ ਹੋਈ ਸੀ। ਹਰਕ ਸੁਆਦ ਭੁਲਾਵੇ ਤਾਈ। ਤੇ ਜਿਹੜੇ ਸੰਸਾਰ ਦੇ ਸਵਾਦ ਨੇ, ਇਹਨਾਂ ਸਵਾਦਾਂ ਦਾ ਨਿਚੋੜ ਕੱਢਣ ਵਾਲੀ ਵਿਦਿਆ ਵੀ ਉਹਦੇ ਵਿੱਚ ਲਿਖੀ ਹੋਈ ਸੀ। ਸੰਖਿਓ ਭੀਮ ਸ਼ਰਾਬ ਪੰਗਾਈ। ਤੇ ਜੇ ਕੋਈ ਨਸ਼ਾ ਕਰਦਾ ਤੇ ਨਸ਼ੇ ਦੇ ਕਾਰਨ ਕੋਈ ਬਿਮਾਰ ਹੋ ਗਿਆ, ਉਸ ਨਸ਼ੇੜੀ ਬੰਦੇ ਦਾ ਕਿਵੇਂ ਇਲਾਜ ਕੀਤਾ ਜਾਵੇ, ਇਹ ਵਿਦਿਆ ਵੀ ਉਸ ਪੋਥੀ ਵਿੱਚ ਲਿਖੀ ਹੋਈ ਸੀ। ਵਿਖ ਪੱਖੀ ਸਭ ਦੇ ਹਟਾਈ। ਸੋ ਜ਼ਹਿਰ ਦਾ ਨਿਚੋੜ ਤੇ ਨਸ਼ੇ ਦਾ ਇਲਾਜ, ਇਹ ਸਾਰੀ ਤਰ੍ਹਾਂ ਦੀ ਵਿਦਿਆ ਉਸ ਪੋਥੀ ਵਿੱਚ ਲਿਖੀ ਸੀ। ਦੋਹਰਾ ਅਸ਼ਟ ਸਿਧੀ ਅਣਮਣ ਮਹਿਮਾ ਗੁਰੂਮਾ ਲਗੁਆ ਪ੍ਰਾਪਤ। ਹੁਣ ਭਾਈ ਸਾਹਿਬ ਕਹਿੰਦੇ ਉਹ 18 ਸਿੱਧੀਆਂ ਦਾ ਮੈਂ ਜ਼ਿਕਰ ਕੀਤਾ, ਜਿਹੜਾ ਰਹਿਰਾਜ ਸਾਹਿਬ ਵਿੱਚ ਆਪਾਂ ਸਾਰੇ ਪੜ੍ਹਦੇ ਆਂ ਕਿ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ। 10 ਅਸ਼ਟ ਤੋਂ ਭਾਵ 10 ਤੇ ਅਸ਼ਟ ਤੋਂ ਭਾਵ 8, ਇਹ ਬਣ ਗਏ 18। 10 ਅਸ਼ਟ ਸਿਧਾਨ, ਸਿਧਾਨ ਤੋਂ ਭਾਵ ਸਿੱਧੀਆਂ। ਕਹਿੰਦੇ ਇਹ 18 ਸਿੱਧੀਆਂ ਦਾ ਮਾਲਕ ਪਰਮਾਤਮਾ ਹੈ। ਉਹ 18 ਸਿੱਧੀਆਂ ਉਸ ਮਾਧੋ ਦਾਸ ਵੈਰਾਗੀ ਨੇ ਸਿੱਧ ਕੀਤੀਆਂ ਸੀ, ਜਿਨ੍ਹਾਂ ਦਾ ਨਾਮ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤੀ ਬਸ਼ ਕਰਨ ਕਾਮਹਿ ਵਸੀ ਕਰਨ ਈਸ਼ਤਾ। ਕਿ ਆਪਣੀ ਆਪਣੀ ਇੱਛਾ ਦੇ ਨਾਲ ਮੋਹਣੀ ਮੰਤਰ ਸਿੱਧ ਕਰਕੇ ਆਪਣੇ ਵੱਲ ਕਿਸੇ ਨੂੰ ਮੋਹਿਤ ਕਰ ਲੈਣਾ, ਕਿਸੇ ਦੇ ਮਨ ਨੂੰ ਜਿੱਤ ਲੈਣਾ, ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਣਾ, ਇਹ ਸਾਰੀ ਵਿਦਿਆ 18 ਤਰ੍ਹਾਂ ਦੀਆਂ ਸਿੱਧੀਆਂ ਮਾਧੋ ਦਾਸ ਵੈਰਾਗੀ ਨੇ ਸਿੱਧ ਕੀਤੀਆਂ ਸਨ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ। ਸੋ ਰਹਿਰਾਜ ਸਾਹਿਬ ਜੀ ਦੀ ਪੰਕਤੀ ਆਪਾਂ ਰੋਜ਼ਾਨਾ ਸਰਵਣ ਕਰਦੇ ਆਂ ਕਿ ਇਹ ਪੰਕਤੀ ਦੇ ਵਿੱਚ ਚੇ ਪਾਤਸ਼ਾਹ ਜੀ ਨੇ ਸਿੱਧ ਕੀਤਾ ਕਿ ਭਾਵੇਂ 18 ਪ੍ਰਕਾਰ ਦੀ ਸਿੱਧੀਆਂ ਨੇ, ਪਰ ਨਵ ਨਿਧੀ 18 ਸਿੱਧੀ ਪਾਛਾਂ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ, ਇਹ ਰਿੱਧੀਆਂ ਸਿੱਧੀਆਂ ਪਿੱਛੇ ਦੌੜਦੀਆਂ ਆਉਂਦੀਆਂ ਨੇ। ਅਣਿਮਾ ਸੂਰਠਾ ਪੂਤਿਓ ਵਰਤਮਾਨ ਭਵਿੱਖਤ ਪੀ ਕਾਲ ਜੋ। ਭੂਤਕਾਲ ਤੋਂ ਭਾਵ ਜੋ ਬੀਤ ਚੁੱਕਿਆ ਹੈ, ਵਰਤਮਾਨ ਤੋਂ ਭਾਵ ਜੋ ਇਸ ਸਮੇਂ ਚੱਲ ਰਿਹਾ, ਤੇ ਭਵਿੱਖ ਕਾਲ ਤੋਂ ਭਾਵ ਜੋ ਫਿਊਚਰ ਹੈ, ਜੋ ਆਉਣ ਵਾਲਾ ਸਮਾਂ ਹੈ। ਭਾਵ ਕਿ ਪਾਸਟ, ਪ੍ਰੈਜ਼ੈਂਟ ਤੇ ਫਿਊਚਰ, ਇਹਨਾਂ ਸਾਰੇ ਸਮਿਆਂ ਦਾ ਗਿਆਨ ਕਰਨ ਵਾਲੀ ਵਿਦਿਆ ਉਸ ਪੋਥੀ ਵਿੱਚ ਲਿਖੀ ਸੀ। ਸੋ ਦਿਓ ਬਖਾਨ ਜੋ ਵਰਤਿਓ ਸੋ ਇਨ ਮਦੇ। ਸੋ ਉਹਨਾਂ ਦੇ ਵਿੱਚ ਕੀ ਵਰਤਨਾ ਹੈ, ਪਾਸਟ ਵਿੱਚ ਕੀ ਹੋਇਆ, ਪ੍ਰੈਜ਼ੈਂਟ ਵਿੱਚ ਕੀ ਹੋਵੇਗਾ, ਫਿਊਚਰ ਵਿੱਚ ਕੀ ਹੋਵੇਗਾ, ਇਸ ਤਰ੍ਹਾਂ ਦੇ ਜੰਤਰ ਮੰਤਰ ਉਸ ਪੋਥੀ ਵਿੱਚ ਲਿਖੇ ਸਨ। ਦੋਹਰਾ ਸਭ ਗੁਣ ਪੋਥੀ ਕੇ ਲਿਖੇ ਗ੍ਰੰਥ ਸੋ ਮਿਤ ਵੱਡ ਹੋਏ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਕੁਝ ਕੇ ਝਲਕ ਪੋਥੀ ਦੀ ਦੱਸੀ ਹੈ, ਪਰ ਜੇ ਸਾਰੇ ਗਿਆਨ ਬਾਰੇ ਦੱਸਾਂ ਤੇ ਗ੍ਰੰਥ ਬਹੁਤ ਵੱਧ ਜਾਵੇਗਾ। ਦਰਸ਼ਨ ਹੋਏ ਭਗਵਾਨ ਕੋ ਮੁਕਤ ਮਿਲਾਵਾ ਹੋਏ। ਪਰ ਸਿੱਖ ਨੂੰ ਚਾਹੀਦਾ ਇਹਨਾਂ ਚੀਜ਼ਾਂ ਤੋਂ ਬਚ ਕੇ, ਜੰਤਰਾਂ ਮੰਤਰਾਂ ਤੋਂ ਬਚ ਕੇ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਰੱਖੇ, ਕਿਉਂਕਿ ਪਰਮਾਤਮਾ ਦੇ ਦਰਸ਼ਨਾਂ ਦੇ ਨਾਲ ਮੁਕਤੀ ਮਿਲਦੀ ਹੈ, ਜੰਤਰਾਂ ਮੰਤਰਾਂ ਦੇ ਨਾਲ ਮੁਕਤੀ ਨਹੀਂ ਮਿਲਦੀ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ, ਪੁਰਾਣਿਓ ਕੁਰਾਨ ਨੇਤ ਨੇਤ ਕਹਿ ਬਤਾਵਈ। ਕਿ ਪ੍ਰਮਾਤਮਾ ਜੰਤਰਾਂ ਮੰਤਰਾਂ ਦੇ ਵਸ ਨਹੀਂ ਆਉਂਦਾ, ਪ੍ਰਮਾਤਮਾ ਤੇ ਵਸ ਆਉਂਦਾ ਪ੍ਰੇਮ ਭਾਵਨਾ ਦੇ। ਗੋਬਿੰਦ ਭਾਓ ਭਗਤ ਦਾ ਭੁੱਖਾ। ਪ੍ਰਮਾਤਮਾ ਪਿਆਰ ਨਾਲ ਮਿਲਦਾ ਹੈ, ਪ੍ਰੇਮ ਨਾਲ ਮਿਲਦਾ ਹੈ। ਕੋਈ ਪਿਆਰ ਦੇ ਨਾਲ ਖਾਲਸਾ ਜੀ ਆਪਣੇ ਬੈੱਡ ਤੇ ਬਹਿ ਕੇ ਵੀ ਕਹਿ ਦਵੇ ਧੰਨ ਗੁਰੂ ਨਾਨਕ, ਕੋਈ ਆਪਣੇ ਆਸਣ ਤੇ ਬਹਿ ਕੇ ਵੀ ਕਹਿ ਦਵੇ ਵਾਹਿਗੁਰੂ, ਤੇ ਪਤਾ ਹੀ ਨਹੀਂ ਕਿ ਇੱਕ ਵਾਰ ਵਾਹਿਗੁਰੂ ਕਿਹਾ ਹੀ ਗੁਰੂ ਨਾਨਕ ਨੇ ਆ ਕੇ ਕਲਾਵੇ ਵਿੱਚ ਲੈ ਲੈਣਾ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਤਾਂਘ ਰੱਖਣੀ ਚਾਹੀਦੀ ਹੈ ਪ੍ਰਮਾਤਮਾ ਦੇ ਦਰਸ਼ਨਾਂ ਦੀ, ਤਾਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਜੋ ਪਈ ਐਸੀ ਪੋਥੀ ਬੰਧੈ ਨ ਬੰਧੈ ਪਾਈ। ਸੋ ਐਸੀ ਪੋਥੀ ਮਾਧੋ ਦਾਸ ਵੈਰਾਗੀ ਭਾਵ ਬੰਦੇ ਬਹਾਦਰ ਨੂੰ ਪ੍ਰਾਪਤ ਹੋਈ ਸੀ। ਬਚਾਏ ਨ ਸਕਿਓ ਸੋ ਦਈ ਪ੍ਰਗਟਾਈ। ਪਰ ਜਿਹਦੇ ਕੋਲ ਇੰਨੀਆਂ ਤਾਕਤਾਂ ਆ ਜਾਣ, ਕਹਿੰਦੇ ਤਾਕਤਾਂ ਪਚਾਉਣੀਆਂ ਬਹੁਤ ਔਖੀਆਂ ਹੁੰਦੀਆਂ, ਉਹਦੇ ਤੋਂ ਪਚਾਈਆਂ ਨਹੀਂ ਗਈਆਂ, ਉਹ ਪ੍ਰਗਟ ਕਰ ਬੈਠਾ। ਔਰ ਸੰਤਨ ਕੋ ਲੇਵੇ ਅੰਤ। ਤੇ ਬੜਾ ਦੁਖਦਾਈ ਹੋ ਗਿਆ, ਸੰਤਾਂ ਨੂੰ ਦੁੱਖ ਦੇਣ ਵਾਲਾ ਹੋ ਗਿਆ, ਸੰਤਾਂ ਦੀ ਨਿੰਦਿਆ ਕਰਨ ਲੱਗ ਪਿਆ, ਸੰਤਾਂ ਦਾ ਮਜ਼ਾਕ ਉਡਾਉਣ ਲੱਗ ਪਿਆ। ਹੈ ਨਿੰਦਕ ਵਹਿ ਅਤ ਹੀ ਸੰਤ। ਕੋਈ ਸੰਤ ਆਉਣਾ, ਉਹਨੂੰ ਪਲੰਗੇ ਤੇ ਬਿਠਾ ਕੇ ਜੰਤਰਾਂ ਮੰਤਰਾਂ ਨਾਲ ਪਲੰਗਾ ਉਲਟਾਉਣਾ ਤੇ ਮੁੜ ਕੇ ਸੰਤਾਂ ਨਾਲ ਮਸ਼ਕਰੀ ਕਰਨੀ।
ਜਰੂਰ ਨ ਜਾਇਓ ਤੁਮ ਉਤਵਲ। ਤੇ ਮਹੰਤ ਜੈਤ ਰਾਮ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ, ਪਾਤਸ਼ਾਹ ਤੁਸੀਂ ਨਾ ਜਾਇਓ, ਮੈਂ ਤੁਹਾਨੂੰ ਤਾਕਤਾਂ ਰਿੱਧੀਆਂ ਸਿੱਧੀਆਂ ਦੱਸ ਦਿੱਤੀਆਂ, ਉਹ ਬੜਾ ਕਲਾਵਾਨ ਹੈ, ਕਰਾਮਾਤੀ ਹੈ, ਤੁਸੀਂ ਉਸ ਸਾਧ ਦੇ ਡੇਰੇ ਨਾ ਜਾਇਓ। ਕਹੀ ਮਹੰਤ ਬੋ ਬਾਰ ਏਮ ਗੱਲ। ਕਹਿੰਦੇ ਬਾਰ-ਬਾਰ ਗੁਰੂ ਗੋਬਿੰਦ ਸਿੰਘ ਨੂੰ ਮਹੰਤ ਜੈਤ ਰਾਮ ਕਵੇ ਕਿ ਪਾਤਸ਼ਾਹ ਉਧਰ ਨਾ ਜਾਇਓ, ਬੜਾ ਕਰਾਮਾਤੀ ਸਾਧੂ ਹੈ। ਸਤਿਗੁਰ ਕਹਿ ਹਮ ਮਿਟੇ ਨ ਮੂਰ। ਤੇ ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਮਹੰਤਾ ਅਸੀਂ ਉਸ ਪ੍ਰਮਾਤਮਾ ਦੇ ਖੁਦਾ ਦੇ ਥਾਪੜੇ ਨਾਲ ਚੱਲਦੇ ਹਾਂ, ਸਾਨੂੰ ਕੋਈ ਮੂਲੋਂ ਨਹੀਂ ਮਿਟਾ ਸਕਦਾ, ਕਿਉਂਕਿ ਯਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਕਿ ਅਸੀਂ ਤੇ ਸੰਸਾਰ ਦੇ ਤਖਤੇ ਤੇ ਆਈ ਹੰਕਾਰੀਆਂ ਨੂੰ ਪਿੱਠ ਵਿਖਾਉਣ ਵਾਸਤੇ ਆ, ਸਾਨੂੰ ਕੋਈ ਮਿਟਾ ਨਹੀਂ ਸਕਦਾ, ਇਸ ਕਰਕੇ ਹੁਣ ਟਲਾਂਗੇ ਨਹੀਂ, ਉਸ ਸਾਧ ਦੇ ਡੇਰੇ ਜ਼ਰੂਰ ਜਾਵਾਂਗੇ। ਦੇਖ ਜਾहेंगे ਉਸੇ ਜ਼ਰੂਰ। ਜਾ ਕੇ ਵੇਖੀਏ ਤੇ ਸਹੀ ਵੀ ਉਹਦੇ ਕੋਲ ਕਿੰਨਾ ਕੇ ਤਾਣ ਹੈ, ਕਿੰਨੀਆਂ ਕੇ ਤਾਕਤਾਂ ਨੇ। ਜਿਨ ਤੁਮ ਬਾਜਨ ਖਾਈ ਜਵਾਰ। ਜੇ ਸਾਡੇ ਬਾਜਾਂ ਨੇ ਤੇਰੀ ਜਵਾਰ ਖਾ ਲਈ, ਤੇਰਾ ਬਾਜਰਾ ਖਾ ਲਿਆ, ਤੇ ਹੁਣ ਸਾਡੇ ਬਾਜਾਂ ਦੀ ਫੌਜ ਨੇ ਨਾਲ, ਭਾਵ ਖਾਲਸਿਆਂ ਨਾਲ, ਉਸ ਸਾਧ ਦੇ ਡੇਰੇ ਜਾ ਕੇ ਸਾਧ ਦੀ ਸਿੱਧੀ ਵੀ ਜ਼ਰੂਰ ਵੇਖਾਂਗੇ। ਤੁਮ ਆਏ ਉਸ ਤੇ ਹਾਰ। ਸਾਨੂੰ ਪਤਾ ਹੈ ਕਿ ਤੂੰ ਤੇ ਉਸ ਸਾਧ ਕੋਲੋਂ ਹਾਰ ਕੇ ਆਇਆ ਹੈ। ਹਮਰੇ ਸਾਥ ਦਿਓ ਇੱਕ ਚੇਲਾ। ਇਸ ਕਰਕੇ ਤੂੰ ਘਬਰਾ ਨਾ, ਆਪਣਾ ਇੱਕ ਚੇਲਾ ਭੇਜ ਦੇ ਸਾਡੇ ਨਾਲ, ਜਿਹੜਾ ਸਾਡੇ ਨਾਲ ਉਸ ਸਾਧ ਦੇ ਡੇਰੇ ਜਾਵੇਗਾ। ਦੇਖ ਆਵੇ ਉਹ ਅਮਰੋ ਮੇਲਾ। ਤੇ ਤੇਰਾ ਚੇਲਾ ਫਿਰ ਆਪ ਹੀ ਵੇਖੇਗਾ ਵੀ ਸਾਧ ਦੇ ਡੇਰੇ ਗੁਰੂ ਨਾਨਕ ਦੇ ਘਰ ਦੀ ਕਲਾ ਕਿਵੇਂ ਵਰਤਦੀ ਹੈ, ਵੇਖੇਗਾ ਸਾਡਾ ਮਿਲਾਪ ਉਸ ਹੰਕਾਰੀ ਸਾਧ ਨਾਲ ਕਿਵੇਂ ਹੁੰਦਾ ਹੈ। ਜੋ ਸਤ ਨਾਨਕ ਕਲਾ ਸਵਾਈ। ਕਿਉਂਕਿ ਇਹ ਗੁਰੂ ਨਾਨਕ ਦੇ ਘਰ ਦੀ ਕਲਾ ਹੈ, ਇਹ ਸਰਬ ਕਲਾ ਸਮਰੱਥ ਹੈ, ਇੱਥੇ ਬਾਕੀਆਂ ਸਾਰੀਆਂ ਕਲਾ ਵਿਅਰਥ ਹੁੰਦੀਆਂ ਨੇ। ਉਸੇ ਲਹਿੰਗੇ ਪੈਰੀ ਲਾਈ। ਇਹ ਗੁਰੂ ਨਾਨਕ ਦੇ ਘਰ ਦੀ ਕਲਾ ਕਿ ਵੱਡੇ ਵੱਡੇ ਹੰਕਾਰੀ ਸਾਧ ਦੈਂਤ ਇੱਥੇ ਝੁਕਦੇ ਨੇ, ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਢਹਿੰਦੇ ਨੇ। ਤੂੰ ਆਪਣਾ ਚੇਲਾ ਭੇਜ, ਆ ਤੇਰੇ ਚੇਲੇ ਨਾਲ ਜਾ ਕੇ ਸਾਧ ਦੀ ਪਰਖ ਕਰੀਏ। ਕਿਉਂ ਕਹਿ ਸਤਿਗੁਰੂ ਹੁਆ ਤੇ ਤੂਰੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਬਚਨ ਕਰਕੇ ਨਰੈਣਾ ਪਿੰਡ ਤੋਂ ਨੰਦੇੜ ਦੀ ਧਰਤੀ ਵੱਲ ਚਾਲਾ ਪਾਉਂਦੇ ਨੇ। ਪੁੱਛਿਓ ਰਾਹੇ ਬੰਦੇ ਕੇ ਪੁਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹੀ ਪੁੱਛਦੇ ਜਾਂਦੇ ਵੀ ਕਿੱਥੇ ਰਹਿੰਦਾ ਨਰੈਣ ਦਾਸ, ਮਾਧੋ ਦਾਸ ਵੈਰਾਗੀ ਸਾਧ, ਸਾਨੂੰ ਦੱਸੋ ਉਸ ਸਾਧ ਦਾ ਪਤਾ, ਅਸੀਂ ਜਾ ਕੇ ਵੇਖੀਏ ਵੀ ਕਿੰਨੀ ਕੇ ਤਾਕਤ ਹੈ। ਦੋਹਰਾ ਸਤਿਗੁਰ ਪਹੁੰਚੇ ਜਾਏ ਤਹਿ, ਉਤਰੇ ਦੇਖ ਸਥਾਨ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਪਹੁੰਚ ਗਏ ਨੌ ਨੰਦਾਂ ਦੀ ਧਰਤੀ ਨੰਦੇੜ ਤੇ ਧੰਨ ਗੁਰੂ ਗੋਬਿੰਦ ਸਿੰਘ ਨੇ ਸਭ ਤੋਂ ਪਹਿਲਾਂ ਜਾ ਕੇ ਮਾਧੋ ਦਾਸ ਵੈਰਾਗੀ ਦੇ ਡੇਰੇ ਨੂੰ ਵੇਖਿਆ। ਬਿਨ ਥੈਲੀ ਹਾਰਟ ਚਲੇ ਲਖੇ ਅਚੰਬ ਜਹਾਨ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਉੱਥੇ ਪਹੁੰਚੇ। ਦੁਨਿਆਵੀ ਲੋਕ ਆਪੋ ਆਪਣੇ ਕੰਮਾਂ ਵਿੱਚ ਉਲਝੇ ਅਤੇ ਸੱਚੇ ਪਾਤਸ਼ਾਹ ਪੁੱਠੇ ਰਾਹੇ ਪਏ ਸਾਧ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਚਰਨ ਪਾਉਂਦੇ ਨੇ। ਜੋ ਪਈ ਬਹੁਤ ਜਗ੍ਹਾ ਉਨ ਬੇਸ਼ ਬਣਾਈ। ਤੇ ਮਹਾਰਾਜ ਜੀ ਨੇ ਵੇਖਿਆ ਕਿ ਉਹਨੇ ਬਹੁਤੀ ਜਗ੍ਹਾ ਘੇਰੀ ਹੋਈ ਹੈ, ਆਪਣੀ ਕੁਟੀਆ ਵਿੱਚ ਮਲਾਈ ਹੋਈ ਹੈ। ਦੇਖਤ ਚਿਤ ਜਿਸ ਰਹੇ ਲੁਭਾਈ। ਕਹਿੰਦੇ ਨੇ ਐਸੀ ਕੁਟੀਆ ਬਣਾਈ ਹੈ ਕਿ ਚੰਗੇ ਭਲੇ ਬੰਦੇ ਦਾ ਮਨ ਲੋਭ ਵਿੱਚ ਆ ਜਾਂਦਾ ਹੈ, ਲਾਲਚੀ ਹੋ ਜਾਂਦਾ ਹੈ। ਪਲੰਗ ਅੰਦਰ ਥੋ ਤੈ ਇੱਕ ਡਹਾ। ਜਦੋਂ ਮਹਾਰਾਜ ਨੇ ਉਸ ਕੁਟੀਆ ਦੇ ਅੰਦਰ ਵੇਖਿਆ, ਡੇਰੇ ਦੇ ਅੰਦਰ ਵੇਖਿਆ ਤੇ ਵੇਖਿਆ ਕਿ ਮਾਧੋ ਦਾਸ ਵੈਰਾਗੀ ਨੇ ਬੜਾ ਸੋਹਣਾ ਪਲੰਗਾ ਬਣਾਇਆ ਹੋਇਆ ਹੈ, ਬੜਾ ਹੀ ਵਧੀਆ ਪਲੰਗਾ ਬਣਾਇਆ ਹੋਇਆ ਹੈ। ਗੱਦੀ ਸਰਹਾਣੋ ਉੱਪਰ ਆਹਾ। ਤੇ ਉਸ ਪਲੰਗੇ ਦੇ ਉੱਤੇ ਵਧੀਆ ਬਿਸਤਰਾ ਵਿਛਾ ਕਰਕੇ ਤੇ ਗੱਦੀਆਂ ਲਾਈਆਂ ਹੋਈਆਂ ਤੇ ਨਾਲੇ ਸਰਹਾਣਾ ਰੱਖਿਆ ਹੋਇਆ ਹੈ। ਸਵਾ ਸੌ ਗਜ ਧਾਰੇ ਉੱਚੋ ਰਹੇ। ਤੇ ਸਵਾ ਗਜ ਉੱਚਾ ਉਹ ਪਲੰਗਾ ਸੀ, ਜਿਸ ਪਲੰਗੇ ਨੂੰ ਪਲਟਾ ਕੇ ਸਾਧੂਆਂ ਦਾ ਮਜ਼ਾਕ ਉਡਾਉਂਦਾ ਸੀ। ਸੱਚੇ ਪਾਤਸ਼ਾਹ ਨੇ ਉਸ ਪਲੰਗੇ ਨੂੰ ਨਿਗਾਹ ਭਰ ਕੇ ਵੇਖਿਆ। ਨਾਰਾਇਣ ਦਾਸ ਤਿਸ ਉੱਪਰ ਬਹੇ। ਕਹਿੰਦੇ ਨੇ ਮਹਾਰਾਜ ਨੇ ਵੇਖਿਆ ਵੀ ਉਸ ਪਲੰਗੇ ਦੇ ਉੱਤੇ ਨਾਰਾਇਣ ਦਾਸ ਮਾਧੋ ਦਾਸ ਵੈਰਾਗੀ ਖੁਦ ਬੈਠਾ ਕਰਦਾ ਸੀ। ਔਰ ਬਹੇ ਤਿਸ ਦੇਹ ਗਰਾਏ। ਤੇ ਜੇ ਉਸ ਪਲੰਗੇ ਤੇ ਕੋਈ ਹੋਰ ਸਾਧੂ ਸੰਤ ਬੈਠਦਾ ਸੀ ਤੇ ਪਲੰਗੇ ਤੋਂ ਨੀਚੇ ਘੇਰ ਦਿੰਦਾ ਸੀ। ਇਸੇ ਬਿਉਂਤ ਤੇ ਉਹਨੇ ਬਣਾਏ। ਕਿਉਂਕਿ ਉਹਨੇ ਇਸੇ ਕਰਕੇ ਪਲੰਗਾ ਤਿਆਰ ਕਰਵਾਇਆ ਸੀ ਵੀ ਆਏ ਗਏ ਸਾਧਾਂ ਸੰਤਾਂ ਦਾ ਮੈਂ ਮਜ਼ਾਕ ਉਡਾਵਾਂ। ਦੋਹਰਾ ਪਹੁੰਚਿਓ ਸਤਿਗੁਰੂ ਜੇ ਸਮੇਂ
ਗਿਓ ਬੰਦੂ ਕਹੋਰ। ਹੁਣ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਬੰਦੇ ਬਹਾਦਰ ਦੀ ਭਾਵ ਮਾਧੋ ਦਾਸ ਵੈਰਾਗੀ ਦੀ ਕੁਟੀਆ ਵਿੱਚ ਪਹੁੰਚੇ, ਕਹਿੰਦੇ ਉਦੋਂ ਉਹ ਮਾਧੋ ਦਾਸ ਵੈਰਾਗੀ ਸਾਧ ਖੁਦ ਤੇ ਕਿਤੇ ਬਾਹਰ ਗਿਆ ਹੋਇਆ ਸੀ ਕਿਸੇ ਕਾਰਜ ਕਰਕੇ। ਪਲੰਗ ਸਵਾਰਿਓ ਦੇਖ ਕੇ ਗੁਰ ਚੜ ਬੈਠੇ ਦੌਰ। ਕਹਿੰਦੇ ਜਦੋਂ ਮਹਾਰਾਜ ਨੇ ਵੇਖਿਆ ਵੀ ਆਹੀ ਪਲੰਗਾ ਜਿਹੜਾ ਪਲਟਾਉਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਲੰਗੇ ਕੋਲ ਗਏ। ਪਲੰਗੇ ਦੇ ਚਾਰੇ ਪਾਵਿਆਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਤੀਰ ਟਿਕਾ ਦਿੱਤੇ ਤੇ ਖੁਦ ਸੱਚੀ ਸਰਕਾਰ ਦੀਨ ਦੁਨੀਆ ਦੇ ਮਾਲਕ ਪਲੰਗੇ ਦੇ ਉੱਤੇ ਸ਼ੁਭਾਏਮਾਨ ਹੋ ਗਏ। ਜੋ ਪਈ ਤਿਸਕੇ ਬੱਕਰੇ ਸਿੰਘਨ ਘਾਏ। ਤੇ ਕਹਿੰਦੇ ਕੁਟੀਆ ਦੇ ਵਿੱਚ ਮਾਧੋ ਦਾਸ ਵੈਰਾਗੀ ਨੇ ਬੱਕਰੇ ਬੰਨੇ ਹੋਏ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਇਸ਼ਾਰਾ ਕੀਤਾ, ਸਿੰਘਾਂ ਨੇ ਜਾ ਕਰਕੇ ਬੱਕਰੇ ਝਟਕਾ ਦਿੱਤੇ। ਕਾਟ ਕੂਟ ਦੇ ਦੇਗਣ ਪਾਏ। ਤੇ ਕਹਿੰਦੇ ਬੱਕਰਿਆਂ ਨੂੰ ਸਭ ਤੋਂ ਪਹਿਲਾਂ ਦੇਗਾਂ ਦੇ ਵਿੱਚ ਪਾਇਆ। ਇਸ ਚੇਲੇ ਜਾਂ ਕਰੀ ਪੁਕਾਰ। ਤੇ ਕਹਿੰਦੇ ਜਦੋਂ ਬੱਕਰੇ ਝਟਕਾਏ ਮਹਾਰਾਜ ਪਲੰਗੇ ਤੇ ਬਹਿ ਗਏ। ਮਾਧੋ ਦਾਸ ਵੈਰਾਗੀ ਦੇ ਚੇਲਿਆਂ ਨੇ ਹਾਹਾਕਾਰ ਮਚਾ ਦਿੱਤੀ। ਮਾਧੋ ਦਾਸ ਵੈਰਾਗੀ ਦੇ ਚੇਲਿਆਂ ਨੇ ਰੋਲਾ ਪਾ ਦਿੱਤਾ। ਰਾਏ ਕ੍ਰੋਧ ਲੈ ਆਏ ਨਾਰ। ਕਹਿੰਦੇ ਬੜੇ ਕ੍ਰੋਧ ਵਿੱਚ ਆਏ ਵੀ ਪਤਾ ਨਹੀਂ ਕੌਣ ਆ ਗਿਆ ਜਿਹਦੇ ਚੇਲਿਆਂ ਨੇ ਬੱਕਰੇ ਵੱਢੇ ਨੇ ਤੇ ਖੁਦ ਸਾਡੇ ਸੰਤ ਦੇ ਪਲੰਗੇ ਦੇ ਉੱਤੇ ਆ ਕੇ ਬੈਠ ਗਿਆ। ਕਹਿੰਦੇ ਬੜੇ ਕ੍ਰੋਧ ਦੇ ਨਾਲ ਗੁਰੂ ਗੋਬਿੰਦ ਸਿੰਘ ਵੱਲ ਆਉਂਦੇ ਨੇ। ਦੇਖਤ ਪਲੰਗ ਸੋ ਅਤ ਰੂਹ ਭੇਰਿਓ। ਤੇ ਕਹਿੰਦੇ ਜਦੋਂ ਪਲੰਗੇ ਤੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਜੇ ਨੇ, ਸੰਤ ਸਿਪਾਹੀ ਜਾਮਾ ਹੈ ਤੇ ਕੋਲ ਸ਼ਸਤਰ ਧਾਰੀ ਸਿੰਘ ਵੀ ਤਿਆਰ ਬਰ ਤਿਆਰ ਖੜੇ ਨੇ। ਕਹਿੰਦੇ ਡਰਦੇ ਗੁਰੂ ਗੋਬਿੰਦ ਸਿੰਘ ਦੇ ਕੋਲ ਨਾ ਆਏ। ਵਿਰੋਧਤ ਹੁਕਮ ਵੀਰਨ ਕੋ ਕਰਿਓ। ਤੇ ਕਹਿੰਦੇ ਬੜੇ ਗੁੱਸੇ ਵਿੱਚ ਆਪਣੇ ਬਾਬੇ ਨੂੰ ਜਾ ਕੇ ਸਾਧ ਮਾਧੋ ਦਾਸ ਵੈਰਾਗੀ ਨੂੰ ਦੱਸਿਆ ਕਿ ਤੇਰੇ ਪਲੰਗੇ ਤੇ ਆ ਕੇ ਕੋਈ ਸੰਤ ਸਿਪਾਹੀ ਬੈਠਾ, ਹੱਥਾਂ ਵਿੱਚ ਸ਼ਸਤਰ, ਮੋਢੇ ਤੇ ਤੀਰਾਂ ਦਾ ਭੱਥਾ, ਪਲੰਗੇ ਦੇ ਚਾਰ ਪਾਵਿਆਂ ਦੇ ਉੱਤੇ ਤੀਰ ਟਿਕੇ ਹੋਏ ਨੇ ਤੇ ਕੋਲ ਸ਼ਸਤਰ ਧਾਰੀ ਸਿੰਘ ਸੂਰਮੇ ਨੇ ਤੇ ਜਿਹੜੇ ਬੱਕਰੇ ਸੀ ਉਹ ਉਹਨਾਂ ਨੇ ਦੇਗਿਆਂ ਵਿੱਚ ਪਾ ਲਏ ਨੇ। ਤੇ ਮਾਧੋ ਦਾਸ ਵੈਰਾਗੀ ਬੜੇ ਗੁੱਸੇ ਵਿੱਚ ਆ ਕੇ ਮੰਤਰ ਪੜ੍ਹ ਕੇ ਆਪਣੀਆਂ ਗੁਪਤ ਰੂਹਾਂ ਨੂੰ, ਆਪਣੇ ਵੀਰਾਂ ਨੂੰ ਆਦੇਸ਼ ਦਿੰਦਾ ਵੀ ਜਾ ਕਰਕੇ ਮੰਜਾ ਉਹ ਪਲੰਗਾ ਪਲਟਾ ਦਿਓ। ਜਾਂ ਵੀਰਨ ਤਦ ਪਲੰਗ ਉਠਾਇਆ। ਤੇ ਜਾ ਕੇ ਜਦੋਂ ਉਹਦੇ ਵੀਰ ਆਏ ਉਹਨੇ ਮੰਤਰ ਪੜ੍ਹੇ, ਰਿੱਧੀਆਂ ਸਿੱਧੀਆਂ ਦੇ ਨਾਲ ਆਪਣੇ ਵੀਰਾਂ ਨੂੰ, ਗੁਪਤ ਰੂਹਾਂ ਨੂੰ ਭੇਜਿਆ। ਕਹਿੰਦੇ ਉਹ ਗੁਪਤ ਰੂਹਾਂ ਜਦੋਂ ਆ ਕੇ ਪਲੰਗਾ ਚੱਕਣ ਲੱਗੀਆਂ, ਸਤਿਗੁਰ ਤੀਰੇ ਸਾਥ ਦਬਾਇਆ। ਤੇ ਕਹਿੰਦੇ ਕਲਗੀਆਂ ਵਾਲੇ ਦੇ ਵੀ ਚਾਰੇ ਪਾਵਿਆਂ ਤੇ ਤੀਰ ਪਏ ਹੋਏ ਸੀ। ਕਹਿੰਦੇ ਉਹਦੇ ਵੀਰ, ਉਹਦੇ ਮੰਤਰ ਸਾਰੇ ਹੀ ਫੇਲ ਹੋ ਗਏ, ਉਹਨਾਂ ਤੋਂ ਪਲੰਗਾ ਉੱਠਿਆ ਹੀ ਨਾ। ਫੇਰ ਮਵਕਲਨ ਲਾਇਓ ਤਾਨ। ਕਹਿੰਦੇ ਫਿਰ ਹੋਰ ਤਾਕਤ ਲਾਈ। ਮਾਧੋ ਦਾਸ ਵੈਰਾਗੀ ਨੇ ਹੋਰ ਮੰਤਰ ਪੜ੍ਹੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਪਲੰਗੇ ਤੇ ਸ਼ੁਭਾਏਮਾਨ। ਕਹਿੰਦੇ ਪਲੰਗਾ 1 ਇੰਚ ਵੀ ਨਹੀਂ ਹਿਲਦਾ। ਤੋ ਫਿਰ ਉਠਿਓ ਨਾ ਅੰਗਲ ਸਮਾਨ। ਕਹਿੰਦੇ ਨੇ 1 ਇੰਚ ਵੀ ਜਦੋਂ ਪਲੰਗਾ ਨਾ ਉੱਠਿਆ ਤੇ ਸਾਰੇ ਵੀਰ, ਸਾਰੇ ਉਹਦੇ ਜੰਤਰ ਮੰਤਰ ਫੇਲ ਹੋ ਗਏ। ਪਲੰਗ ਅਚਲ ਲੱਖ ਹੋਏ ਗਿਓ ਕੋਇਲਾ। ਤੇ ਜਦੋਂ ਵੇਖਿਆ ਵੀ ਪਲੰਗਾ ਤੇ ਹਿਲਦਾ ਹੀ ਨਹੀਂ ਤੇ ਜਾ ਕਰਕੇ ਮਾਧੋ ਦਾਸ ਵੈਰਾਗੀ ਨੂੰ ਦੱਸਦੇ ਵੀ ਅੱਜ ਸਾਡੀ ਤਾਕਤਾਂ ਫੇਲ ਹੋ ਗਈਆਂ, ਪਲੰਗਾ ਨਹੀਂ ਹਿਲਦਾ, ਉਹ ਤੇ ਅਡੋਲ ਸਤਿਗੁਰੂ ਉੱਤੇ ਬੈਠਾ ਹੈ। ਕ੍ਰੋਧ ਸਾਥ ਫਿਰ ਮੁਵੱਕਲ ਬੋਲਾ। ਤੇ ਕਹਿੰਦੇ ਫਿਰ ਕ੍ਰੋਧ ਦੇ ਵਿੱਚ ਆ ਕਰਕੇ ਮਾਧੋ ਦਾਸ ਵੈਰਾਗੀ ਆਪਣੇ ਵੀਰਾਂ ਨੂੰ ਕਹਿਣ ਲੱਗਾ, ਤੁਰਤ ਐਸੇ ਹੀ ਜਾਨ ਉਡਾਵੋ। ਕਹਿੰਦਾ ਜਾਓ, ਮੇਰਾ ਆਦੇਸ਼ ਹੈ, ਜਾ ਕਰਕੇ ਪਲੰਗੇ ਨੂੰ ਹਵਾ ਵਿੱਚ ਉਡਾ ਦਿਓ ਤੇ ਜਿਹੜਾ ਪਲੰਗੇ ਤੇ ਬੈਠਾ ਹੈ ਉਹਨੂੰ ਵੀ ਹਵਾ ਵਿੱਚ ਉਡਾ ਦਿਓ। ਇਤੀ ਦੇਰ ਤੁਮ ਕਾਹੇ ਲਾਵੋ। ਆਪਣੇ ਵੀਰਾਂ ਨੂੰ ਮਾਧੋ ਦਾਸ ਵੈਰਾਗੀ ਕਹਿੰਦਾ ਵੀ ਇੰਨੀ ਦੇਰ ਕਿਉਂ ਲਾਉਂਦੇ ਹੋ? ਅੱਜ ਤੱਕ ਤੁਸੀਂ ਇੰਨੀ ਦੇਰ ਨਹੀਂ ਲਾਈ, ਉਹ ਪਲੰਗੇ ਤੇ ਆ ਕੇ ਬੈਠ ਗਿਆ ਤੇ ਤੁਸੀਂ ਚੁੱਪ ਰਹੇ। ਇੰਨੀ ਦੇਰ ਨਾ ਲਾਓ, ਜਾ ਕਰਕੇ ਜਲਦੀ ਕਰਕੇ ਪਲੰਗਾ ਉਲਟਾ ਦਿਓ। ਦੋਹਰਾ ਤਬੇ ਮਵਕਲ ਉਸ ਕਹਿਓ ਹਮ ਕਿਛ ਰੱਖਿਓ ਨਾ ਤਾਣ। ਤੇ ਸਾਰੀਆਂ ਗੁਪਤ ਰੂਹਾਂ ਮਾਧੋ ਦਾਸ ਵੈਰਾਗੀ ਦੇ ਸਾਹਮਣੇ ਹੱਥ ਜੋੜ ਕੇ ਖੜ ਗਈਆਂ, ਕਹਿਣ ਲੱਗੀਆਂ ਬਾਬਾ ਸਾਡੇ ਵਿੱਚ ਤਾਕਤ ਨਹੀਂ ਵੀ ਜਾ ਕਰਕੇ ਉਹ ਪਲੰਗਾ ਪਲਟਾ ਸਕੀਏ। ਜੋ ਇਨ ਕੋ ਹਮ ਦੁਖ ਦੇਵੇ ਸੋ ਪਵੇ ਹਮ ਪਰ ਆਣ। ਕਿਉਂਕਿ ਜਿਹੜਾ ਪਲੰਗੇ ਤੇ ਆ ਕੇ ਬੈਠਾ ਕੋਈ ਮਾਮੂਲੀ ਸ਼ਖਸੀਅਤ ਨਹੀਂ, ਜਦੋਂ ਉਹਨੂੰ ਦੁੱਖ ਦੇਣ ਜਾਂਦੇ ਆ ਉਹਨੂੰ ਤੇ ਦੁੱਖ ਨਹੀਂ ਮਿਲਦਾ, ਪਰ ਸਾਡੇ ਅੰਦਰ ਆ ਕਰਕੇ ਅੱਗ ਛਿੜ ਜਾਂਦੀ ਹੈ। ਜੋ ਪਈ ਜੋ ਉਸ ਕੋ ਹਮ ਦੁਖ ਚਾਹੇ ਲਾਇਆ। ਜੇ ਅਸੀਂ ਚਾਹੀਏ ਉਹਨੂੰ ਦੁੱਖ ਦੇਣਾ, ਜੇ ਅਸੀਂ ਪਲੰਗਾ ਪਲਟਾਉਣਾ ਵੀ ਚਾਹੀਏ, ਉਹ
ਤਰਿਦੇ ਅਮਦੇਵ ਦੁਖ ਸਵਾਇਆ। ਤੇ ਸਾਨੂੰ ਸਾਡੇ ਹਿਰਦੇ ਵਿੱਚ ਦੁੱਖ ਹੁੰਦਾ ਹੈ, ਪਰ ਉਹਦੇ ਚਿਹਰੇ ਦੀ ਮੁਸਕਰਾਹਟ ਸਾਡੇ ਤੋਂ ਮਿਟਦੀ ਨਹੀਂ। ਜੋ ਹਮ ਇਸਕੇ ਨੇੜੇ ਜਾਵੇ, ਜੇ ਅਸੀਂ ਬੁਰੀ ਨੀਅਤ ਦੇ ਨਾਲ ਉਸ ਪਲੰਗੇ ਤੇ ਬੈਠੇ ਫਕੀਰ ਦੇ ਕੋਲ ਜਾਂਦੇ ਹਾਂ ਤੇਜ ਅਗਨ ਸੋ ਹਮੇ ਜਲਾਵੇ। ਤੇ ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਸੂਰਜ ਪ੍ਰਕਾਸ਼ਮਾਨ ਹੋਵੇ, ਤੇ ਕਹਿੰਦੇ ਜਿਵੇਂ ਅੱਗ ਸਾੜਦੀ ਹੈ, ਕਹਿੰਦੇ ਸਾਨੂੰ ਇਸ ਤਰ੍ਹਾਂ ਸੇਕਾ ਪਹੁੰਚਦਾ ਹੈ, ਸਾਡੀਆਂ ਸਾਰੀਆਂ ਤਾਕਤਾਂ ਸੜ ਕੇ ਸਵਾਹ ਹੁੰਦੀਆਂ ਨੇ। ਸਭੇ ਮੁਵਕਲਨ ਐਸੇ ਉਚਾਰੀ, ਤੇ ਕਹਿੰਦੇ ਇਸ ਤਰ੍ਹਾਂ ਮਾਧੋ ਦਾਸ ਵੈਰਾਗੀ ਦੀ ਵੀਰ ਮਾਧੋ ਦਾਸ ਵੈਰਾਗੀ ਦੀ ਗੁਪਤ ਫੌਜ ਇਸ ਤਰ੍ਹਾਂ ਉਚਾਰਨ ਲੱਗੀ। ਇਨਕੇ ਆਗੇ ਹਮ ਭੈ ਹਾਰੀ, ਕਹਿਣ ਲੱਗੇ ਬਾਬਾ ਸਾਡੇ ਵਿੱਚ ਤਾਕਤ ਨਹੀਂ, ਉਹ ਜਿਹੜਾ ਪਲੰਗੇ ਤੇ ਆ ਕੇ ਬੈਠਾ ਉਹਦੇ ਅੱਗੇ ਅਸੀਂ ਸਾਰੇ ਹਾਰ ਮੰਨਦੇ ਹਾਂ। ਜਬ ਹਮ ਉਨਕੇ ਨੇੜੇ ਜਾਵੇ, ਜਦੋਂ ਅਸੀਂ ਉਸ ਪੀਰ ਦੇ ਨੇੜੇ ਜਾਂਦੇ ਹਾਂ ਆਪ ਕੋਪ ਤੇ ਆਪ ਜਲਾਵੇ। ਤੇ ਉਹਦੇ ਚਿਹਰੇ ਤੋਂ ਮੁਸਕਰਾਹਟ ਦੂਰ ਨਹੀਂ ਹੁੰਦੀ, ਪਰ ਅਸੀਂ ਅੰਦਰ ਤੱਕ ਸੜ ਜਾਂਦੇ ਹਾਂ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅੱਗ ਬਲ ਰਹੀ ਹੋਵੇ। ਛੁਟੇ ਤਬੇ ਜਬ ਸੀਸ ਨਿਭਾਵੇ, ਤੇ ਜਦੋਂ ਦੁੱਖ ਪਹੁੰਚਦਾ ਹੈ, ਜਦੋਂ ਤੱਕ ਉਹਦੇ ਚਰਨਾਂ ਤੇ ਮੱਥਾ ਧਰ ਕੇ ਮਾਫੀ ਨਹੀਂ ਮੰਗਦੇ, ਉਦੋਂ ਤੱਕ ਸਾਡੇ ਅੰਦਰ ਦਾ ਦੁੱਖ ਦੂਰ ਨਹੀਂ ਹੁੰਦਾ। ਸੀਤਲ ਤਬ ਅਬ ਸੁਖ ਪਾਵੇ, ਤੇ ਜਦੋਂ ਉਹਦੇ ਚਰਨਾਂ ਤੇ ਮੱਥਾ ਧਰ ਕੇ ਮੁਆਫੀ ਮੰਗਦੇ ਆ, ਤੇ ਕਹਿੰਦੇ ਸੀਤ ਲਹਿਰ ਵਰਗਾ ਠੰਡੀ ਹਵਾ ਵਰਗਾ ਸੁਖ ਨਸੀਬ ਹੁੰਦਾ ਹੈ। ਐਸੇ ਸੁਨੇ ਉਨੇ ਤੇ ਬੈਨ, ਜਦੋਂ ਐਸੇ ਬਚਨ ਮਾਧੋ ਦਾਸ ਵੈਰਾਗੀ ਆਪਣੀ ਗੁਪਤ ਰੂਹਾਂ ਦੇ ਕੋਲੋਂ ਸੁਣਦਾ ਹੈ ਪਿਓ ਅਚੰਬ ਅਤ ਭੈ ਕੈਨ। ਤੇ ਬੜਾ ਹੈਰਾਨ ਹੋ ਗਿਆ ਵੀ ਅੱਜ ਤੱਕ ਇੰਨੇ ਫਕੀਰ ਆਏ, ਮੈਂ ਪਲੰਗਾ ਪਲਟਾਉਂਦਾ ਰਿਹਾ, ਪਰ ਅੱਜ ਤੱਕ ਇਸ ਤਰ੍ਹਾਂ ਦਾ ਅਚੰਬਾ ਨਹੀਂ ਹੋਇਆ ਵੀ ਮੇਰੇ ਸਾਰੇ ਮੰਤਰ ਫੇਲ ਹੋ ਜਾਣ, ਮੇਰੀਆਂ ਗੁਪਤ ਰੂਹਾਂ ਆ ਕੇ ਹਾਰ ਮੰਨ ਜਾਣ। ਕਹਿੰਦੇ ਮਨ ਵਿੱਚ ਬੜਾ ਹੈਰਾਨ ਹੋਣ ਲੱਗਾ। ਜਬ ਉਨ ਸਤਿਗੁਰ ਨੈਣੀ ਦੇਖਾ, ਤੇ ਕਹਿੰਦੇ ਫਿਰ ਮਾਧੋ ਦਾਸ ਵੈਰਾਗੀ ਖੁਦ ਚੱਲ ਕੇ ਆਇਆ ਤੇ ਦੂਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਵੀ ਪਲੰਗੇ ਦੇ ਉੱਤੇ ਸੱਚੀ ਸਰਕਾਰ ਦੀਨ ਦੁਨੀਆ ਦੇ ਮਾਲਕ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਏਮਾਨ ਨੇ। ਆਪਣੇ ਬਲ ਕੇ ਅਦਕ ਬੋਲੇਖਾ, ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰਾਂ ਦੇ ਵਿੱਚ ਆਪਣੀਆਂ ਅੱਖਾਂ ਪਾ ਕਰਕੇ ਵੇਖਦਾ ਤੇ ਵੇਖਦਾ ਅਨੁਭਵ ਕਰਦਾ ਵੀ ਇਸ ਪੀਰ ਦੇ ਕੋਲ ਮੇਰੇ ਤੋਂ ਕਈ ਗੁਣਾ ਵੱਧ ਤਾਕਤ ਹੈ। ਫਿਰ ਸਿੱਖਨ ਪ੍ਰਤ ਵੀਰ ਚਲਾਏ, ਤੇ ਕਹਿਣ ਲੱਗਾ ਵੀ ਚਲੋ ਜੇ ਇਸ ਪੀਰ ਦਾ ਕੁਝ ਨਹੀਂ ਵਿਗਾੜ ਸਕਦੇ, ਇਹ ਪੀਰ ਦੇ ਜਿਹੜੇ ਸਿੱਖਾਂ ਨੇ ਮੇਰੇ ਬੱਕਰੇ ਵੱਢੇ ਆ, ਉਹਨਾਂ ਸਿੱਖਾਂ ਨੂੰ ਜਾ ਕਰਕੇ ਪੁੱਠਾ ਕਰ ਦਿਓ। ਜਿਨ ਜਿਨ ਲੈ ਤੇ ਬੱਕਰੇ ਘਾਏ, ਕਹਿੰਦੇ ਜਿਨ੍ਹਾਂ ਜਿਨ੍ਹਾਂ ਬੱਕਰਿਆਂ ਨੂੰ ਹੱਥ ਪਾਇਆ ਜਾ ਕੇ ਸਾਰੇ ਸਿੱਖਾਂ ਨੂੰ ਪੁੱਠਾ ਕਰ ਦਿਓ। ਸੂਰਠਾ ਸੋ ਫਿਰ ਆਏ ਵੀਰ, ਸਿੰਘਨ ਕੈ ਢਿਗ ਸੁਣ ਟੁਕੇ। ਤੇ ਕਹਿੰਦੇ ਆਪਣੇ ਸਾਧ ਦਾ ਹੁਕਮ ਸੁਣ ਕੇ ਸਾਰੀਆਂ ਗੁਪਤ ਰੂਹਾਂ ਸਿੰਘਾਂ ਦੇ ਦਿਵਾਲੇ ਹੋਈਆਂ। ਉਨ ਕੋ ਰਸ਼ਕ ਤੀਰ ਫਿਰੇ ਸੁਦਰਸ਼ਨ ਚੱਕਰ ਜਿਮ, ਪਰ ਉਧਰੋਂ ਕਲਗੀਆਂ ਵਾਲੇ ਪਾਤਸ਼ਾਹ ਦੀ ਤੀਰ ਵਰਗੀ ਨਿਗਾਹ ਉਹ ਆਪਣੇ ਸਿੰਘਾਂ ਦੀ ਰੱਖਿਆ ਕਰਦੀ ਸੁਦਰਸ਼ਨ ਚੱਕਰ ਦੀ ਤਰ੍ਹਾਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਉਹਦੇ ਸਾਰੇ ਰੁਦਰ ਸਾਰੇ ਭੂਤ ਪ੍ਰੇਤ ਜਦੋਂ ਸਿੰਘਾਂ ਕੋਲ ਆਏ ਤੇ ਆ ਕੇ ਵੇਖਿਆ ਵੀ ਇਹਨਾਂ ਦੇ ਆਲੇ ਦੁਆਲੇ ਕਲਗੀਆਂ ਵਾਲੇ ਦੀ ਨਿਗਾਹ ਵਾਲੇ ਤੀਰ ਚੱਲ ਰਹੇ ਨੇ। ਦੋਹਰਾ ਵੀਰ ਫਿਰੇ ਜਬ ਸਿੱਖਨ ਤੇ ਤਬ ਉਨ ਨਿਚੋ ਆਏ। ਤੇ ਕਹਿੰਦੇ ਜਦੋਂ ਉਹਦੇ ਭੂਤ ਪ੍ਰੇਤ ਉਹਦੇ ਵੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਤੋਂ ਵੀ ਹਾਰ ਗਏ। ਇਹ ਪੂਰੇ ਹੈ ਸਤਿਗੁਰੂ ਇਨ ਸਿੱਖਨ ਸਮ ਹਮ ਨਾਹੇ। ਫਿਰ ਕਹਿੰਦੇ ਜੈ ਜੈਕਾਰ ਹੋ ਗਈ, ਕਲਗੀਆਂ ਵਾਲੇ ਦੀ ਸਿਫਤਾਂ ਕਰਨ ਲੱਗੇ ਵੀ ਇਹ ਕੋਈ ਮਾਮੂਲੀ ਪੀਰ ਨਹੀਂ, ਇਹ ਸੱਚੀ ਸਰਕਾਰ ਪੂਰਾ ਸਤਿਗੁਰੂ ਹੈ। ਜੋ ਪਈ ਤਬ ਅਧੀਨ ਹੋਏ ਚਰਨੀ, ਕਹਿਣ ਲੱਗੇ ਅਸੀਂ ਇਸ ਗੁਰੂ ਦੀ ਬਰਾਬਰੀ ਕੀ ਕਰਨੀ ਹੈ, ਅਸੀਂ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀ ਬਰਾਬਰੀ ਵੀ ਨਹੀਂ ਕਰ ਸਕਦੇ। ਕਹਿੰਦੇ ਇਸੇ ਕਰਕੇ ਡਰ ਕੇ ਹਾਰ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਢਹਿ ਗਏ। ਤਬ ਸਤਿਗੁਰ ਮੁਖ ਬਚਨ ਉਚਰਿਓ। ਤੇ ਕਹਿੰਦੇ ਫਿਰ ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਧੋ ਦਾਸ ਵੈਰਾਗੀ ਨੂੰ ਨਿਗਾਹ ਭਰ ਕੇ ਵੇਖਿਆ। ਕਲਗੀਧਰ ਪਾਤਸ਼ਾਹ ਵੀਰ ਰਸ ਦੇ ਵਿੱਚ ਬਚਨ ਕਰਨ ਲੱਗੇ। ਉਹ ਤੂੰ ਪੰਥੀ
ਕੋ ਗੁਰੂ ਤੇਰਾ। ਮਹਾਰਾਜ ਕਹਿੰਦੇ ਸਾਧਾ ਦੱਸ ਕਿਹੜਾ ਤੇਰਾ ਪੰਥ ਹੈ ਤੇ ਕਿਹੜਾ ਤੇਰਾ ਗੁਰੂ ਜਿਨੇ ਤੈਨੂੰ ਹੰਕਾਰ ਦੀ ਵਿਦਿਆ ਦਿੱਤੀ ਹੈ। ਕਰੇ ਮਸਕਰੀ ਸੰਤਨ ਕੇਰਾ। ਕਿੱਥੋਂ ਦੀ ਵਿਦਿਆ ਲੈ ਕਰਕੇ ਤੂੰ ਆਇਆ ਜਿਹੜਾ ਸਾਧੂਆਂ ਸੰਤਾਂ ਤੇ ਮਸ਼ਕਰੀਆਂ ਕਰਦਾ ਹੈ। ਕਿਆ ਤੂੰ ਸੰਸਰ ਜਗ ਮੈਂ ਨਾਹੀ। ਸਾਧਾ ਤੂੰ ਸਮਝਦਾ ਵੀ ਤੇਰੇ ਵਰਗਾ ਤਾਕਤਵਰ ਜਗਤ ਤੇ ਦੁਨੀਆ ਤੇ ਕੋਈ ਹੋਰ ਹੈ ਹੀ ਨਹੀਂ, ਕਿਉਂ ਇੰਨਾ ਹੰਕਾਰਿਆ ਗਿਆ ਤੂੰ। ਕਿਆ ਬੜ ਕਲਾਇਮ ਤੁਮ ਹੀ ਮਾਹੀ। ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਮਾਧੋ ਦਾਸ ਜਰਾ ਵਿਖਾ ਤੇਰੇ ਵਿੱਚ ਕਿਹੜੀ ਕਰਾਮਾਤ ਹੈ ਜਿਹਦਾ ਤੂੰ ਹੰਕਾਰ ਕਰੀ ਫਿਰਦਾ। ਮੈਂ ਤੇਰੇ ਪਲੰਘੇ ਤੇ ਬੈਠਾ, ਆ ਹੁਣ ਆਪਣੀਆਂ ਕਰਾਮਾਤਾਂ ਵਿਖਾਉਣੀਆਂ ਕਰ। ਦੋਹਰਾ ਕਰੇ ਮਸਕਰੀ ਸੰਤ ਜੋ ਸੋਈ ਹੋਏ ਖੁਆਰ। ਚੇਤੇ ਰੱਖੀ ਜਿਹੜਾ ਰੱਬ ਦੇ ਪਿਆਰਿਆਂ ਨਾਲ ਮਸ਼ਕਰੀਆਂ ਕਰਦਾ ਹੈ ਸੜ ਕੇ ਸਵਾਹ ਹੋ ਜਾਂਦਾ ਹੈ। ਭਾਂਗ ਭਗਤਣੀ ਭਾਂਡ ਭਗਤਣੀ ਧੂਮ ਲੌਕ ਇਨ ਕੀ ਹੈ ਯੈ ਕਾਰ। ਇਸ ਕਰਕੇ ਜੇ ਤੂੰ ਸਾਧੂਆਂ ਸੰਤਾਂ ਦਾ ਮਜ਼ਾਕ ਉਡਾ ਕੇ ਮਸ਼ਕਰੀ ਕਰਕੇ ਸੋਚਦਾ ਵੀ ਤੂੰ ਬੜਾ ਕਰਾਮਾਤੀ ਸਾਧੂ ਹੈ ਤੇ ਤੂੰ ਕਰਾਮਾਤੀ ਸਾਧੂ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਤੇ ਭੰਡਾਂ ਵਰਗਾ ਹੈ ਜੇ ਤੂੰ ਸਾਧੂਆਂ ਸੰਤਾਂ ਤੇ ਹੱਸਦਾ ਹੈ। ਚੌਪਈ ਤਬ ਉਨ ਕਿਹੋ ਮੈਂ ਬੰਦਾ ਤੇਰਾ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਝਿੜਕ ਪਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦਾ ਜੀ ਤੁਸੀਂ ਕੌਣ ਹੋ ਤੇ ਪਾਤਸ਼ਾਹ ਕਹਿੰਦੇ ਸਵਾਲ ਮੇਰਾ ਨਹੀਂ ਸਵਾਲ ਤੇਰਾ ਹੈ। ਖਾਲਸਾ ਜੀ ਜਦੋਂ ਅੱਖਾਂ ਬੰਦ ਕੀਤੀਆਂ ਅੰਦਰਲੀਆਂ ਅੱਖਾਂ ਨਾਲ ਵੇਖਿਆ ਤੇ ਉਸ ਪਲੰਘੇ ਦੇ ਉੱਤੇ ਦੀਨ ਦੁਨੀਆ ਦਾ ਮਾਲਕ ਨਜ਼ਰ ਆਇਆ। ਜਦੋਂ ਹੰਕਾਰ ਦੀ ਅੱਖਾਂ ਨਾਲ ਵੇਖਦਾ ਸੀ ਤੇ ਮਾਮੂਲੀ ਫਕੀਰ ਜਾਪਿਆ। ਜਦੋਂ ਭਾਵਨਾ ਦੀ ਅੱਖਾਂ ਨਾਲ ਵੇਖਿਆ ਉਸੇ ਪਲੰਘੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦਾ ਦਾ ਰੂਪ ਨਜ਼ਰ ਆਇਆ ਤੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਧਰ ਕੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੇਰਾ ਬੰਦਾ ਹਾਂ। ਮੈਂ ਤੋਹੇ ਸਿੰਘ ਗੁਰੂ ਤੂੰ ਮੋਰਾ। ਪਾਤਸ਼ਾਹ ਮੈਂ ਤੇਰੇ ਚਰਨਾਂ ਦਾ ਸਿੱਖ ਹਾਂ, ਮੈਨੂੰ ਸਿੱਖੀ ਦੇ ਦੇ ਤੇ ਪਾਤਸ਼ਾਹ ਤੂੰ ਮੇਰਾ ਗੁਰੂ ਬਣ ਜਾ। ਪਿਛਲੀ ਬਾਤ ਮਾਫ ਹਮ ਕੀਜੈ। ਮੈਂ ਪਿੱਛੇ ਜੋ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਮੁਆਫ ਕਰ ਦੇ। ਅਬ ਹੋਏ ਫਿਰ ਤੋ ਜੀ ਆਇਓ ਕੀਜੈ। ਇਸ ਕਰਕੇ ਜੇ ਮੈਂ ਤੇਰੇ ਚਰਨਾਂ ਤੇ ਢੱਠਾਂ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਬਖਸ਼ ਲੈ। ਅਬ ਮੈਂ ਭਿਓ ਤੁਮਾਰੋ ਦਾਸ। ਹੁਣ ਮੈਂ ਤੇਰਾ ਦਾਸ ਬਣ ਗਿਆ, ਤੇਰਾ ਸੇਵਕ ਬਣ ਗਿਆ, ਤੇਰਾ ਸਿੱਖ ਬਣ ਗਿਆ, ਮੈਨੂੰ ਬਖਸ਼ ਦੇ। ਸੋ ਮੈਂ ਕਰੋ ਹੁਕਮ ਹੋਏ ਖਾਸ। ਇਸ ਕਰਕੇ ਹੁਣ ਮੈਨੂੰ ਹੁਕਮ ਦਿਓ, ਜੋ ਵੀ ਤੁਹਾਡਾ ਹੁਕਮ ਹੋਵੇਗਾ ਮੈਂ ਸਿਰ ਮੱਥੇ ਮੰਨਾਂਗਾ। ਹਮਕੋ ਕੀਜੇ ਆਪਣੋ ਦਾਸ। ਪਰ ਮੇਰੀ ਇੱਕ ਬੇਨਤੀ ਆ ਮੈਨੂੰ ਆਪਣਾ ਦਾਸ ਬਣਾ ਲਿਓ ਜਾਨ ਜਾਨ ਰਾਖੋ ਨਿਜ ਪਾਸ। ਤੇ ਆਪਣਾ ਸੇਵਕ ਜਾਣ ਕੇ ਸਦਾ ਆਪਣੇ ਚਰਨਾਂ ਵਿੱਚ ਰੱਖੋ। ਖਾਲਸਾ ਜੀ ਇਸ ਤਰ੍ਹਾਂ ਮਾਧੋ ਦਾਸ ਵੈਰਾਗੀ ਨੂੰ ਮਹਾਰਾਜ ਨੇ ਸਿੱਧੇ ਰਾਹ ਪਾਇਆ ਤੇ ਉਹਨੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕੀਤੀ ਮੈਨੂੰ ਆਪਣਾ ਬੰਦਾ ਬਣਾਓ। ਪਰ ਇੱਕ ਸਿੱਖਿਆ ਲੈਣ ਦੀ ਲੋੜ ਹੈ ਕਿ ਮਾਧੋ ਦਾਸ ਵੈਰਾਗੀ ਨੂੰ ਆਪਣਾ ਸਿੱਖ ਵੀ ਉਦੋਂ ਬਣਾਇਆ ਜਦੋਂ ਉਹਨੇ ਆਪਣੀਆਂ ਗਲਤੀਆਂ ਆਪਣੀਆਂ ਭੁੱਲਾਂ ਨੂੰ ਮੰਨਿਆ। ਤੇ ਅਸੀਂ ਨਿਤ ਭੁੱਲਾਂ ਕਰਕੇ ਦਰਬਾਰ ਵਿੱਚ ਆਉਂਦੇ ਆ ਫਿਰ ਵੀ ਕਹਿੰਦੇ ਆ ਅਸੀਂ ਬੜੇ ਵੱਡੇ ਸਿੱਖ ਹਾਂ। ਪਰ ਆਪਣੀਆਂ ਭੁੱਲਾਂ ਨੂੰ ਅਸੈਪਟ ਕਰਨਾ ਚਾਹੀਦਾ, ਕਬੂਲ ਕਰਨਾ ਚਾਹੀਦਾ ਕਿ ਅਸੀਂ ਖੱਤੇ ਬਹੁਤ ਕਮਾਬ ਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ ਵੱਡ ਗੁਨੇਗਾਰ। ਇਸ ਤਰ੍ਹਾਂ ਜਿੱਦਣ ਆਪਣੀਆਂ ਭੁੱਲਾਂ ਨੂੰ ਮੰਨਾਂਗੇ ਗੁਰੂ ਤੋਂ ਮਾਫੀ ਮੰਗਾਂਗੇ ਫਿਰ ਸੱਚਮੁੱਚ ਗੁਰੂ ਦੇ ਬੰਦੇ ਬਣ ਜਾਵਾਂਗੇ। ਤੇ ਜਿਹੜਾ ਗੁਰੂ ਦਾ ਬੰਦਾ ਬਣਦਾ ਉਹ 700 ਸਾਲ ਦੀ ਮੁਗਲ ਹਕੂਮਤ ਦੀਆਂ ਜੜ੍ਹਾਂ ਵੀ ਪੱਟ ਸਕਦਾ ਤੇ ਜਿਹੜੇ ਬੰਦਿਆਂ ਦੇ ਬੰਦੇ ਬਣਦੇ ਨੇ ਖਾਲਸਾ ਜੀ ਉਹਨਾਂ ਤੋਂ ਘਰ ਦੇ ਝਗੜੇ ਵੀ ਨਹੀਂ ਸਹੀ ਹੁੰਦੇ। ਸੋ ਬੰਦਿਆਂ ਦੇ ਬੰਦੇ ਬਣਨ ਨਾਲੋਂ ਰੱਬ ਦੇ ਬੰਦੇ ਬਣੀਏ, ਗੁਰੂ ਦੇ ਬੰਦੇ ਬਣੀਏ। ਗੁਰੂ ਦੇ ਬੰਦੇ ਬਣਾਂਗੇ ਤੇ ਅਲਾਹੀ ਬਖਸ਼ਿਸ਼ ਦੇ ਪਾਤਰ ਹੋਵਾਂਗੇ। ਇਤਨੀ ਬੇਨਤੀ ਪ੍ਰਵਾਨ ਕਰਨੀ। ਵਿਚਾਰ ਕਰਦੇ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਅਰਦਾਸ ਕਰੀਏ, ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ। ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪਿਆਰ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुण तास। हे संगी हे निरंकार हे निर्गुण सब टेक। हे गोविंद हे गुण निधान जाकै सदा बबेक। हे अपरंपर हर हरे है पी होवनहार। हे संत के सदा संग
ਨੀਧਾਰ। ਆਧਾਰ। हे ठाकुर हो दासरो मैं निर्गुण गुण नहीं कोय। नानक दीजै नाम दान राखो हिय। ਪਰੋਏ। आए प्रभ शरणागति कृपा निध दयाल। एक अखर हर मन बसत नानक होत। ਨਿਹਾਲ। कथा निता प्रत होत है सुनो सो सिंह सुजान। नानक गुरु गोबिंद सिंह जी सदा करें कल्याण। नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਰਵਾ ਸਾਧ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਪ੍ਰਕਾਰ ਦੀ ਚੱਲ ਰਹੀ ਲੜੀਵਾਰ ਕਥਾ ਸਰਨ ਕਰਾ ਰਹੇ ਸਨ। ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਗਿਆਨੀ ਜੁੜਾਂ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਕੱਲ੍ਹ ਨੂੰ ਫੇਰ ਆਪ ਜੀ ਨੂੰ ਇਸੇ ਟਾਈਮ 'ਤੇ ਕਥਾ ਦੁਆਰਾ ਨਿਹਾਲ ਕਰਨਗੇ। ਵੱਧ ਤੋਂ ਵੱਧ